ਨਾ ਪੰਜਾਬ ਖਾਲੀ ਹੋ ਰਿਹਾ, ਨਾ ਇੰਡੀਆ ਦੀ ਕੋਈ ਸਟੇਟ ਖਾਲੀ ਹੋ ਰਹੀ ਹੈ। ਅੱਜ ਦੀ ਡੇਟ 'ਚ ਵੀ ਤੁਸੀਂ ਕਾਲਜਸ ਦੇਖੋ, ਸਕੂਲ ਦੇਖੋ, ਬੱਚਿਆਂ ਨਾਲ ਭਰੇ ਪਏ ਆ। ਬੱਚਿਆਂ ਦੀ ਪ੍ਰੈਫਰੈਂਸ ਟਾਈਮ ਟੂ ਟਾਈਮ ਚੇਂਜ ਹੁੰਦੀ ਹੈ। ਅੱਜ ਤੋਂ 20 ਸਾਲ ਪਹਿਲਾਂ ਵੀ ਪ੍ਰੈਫਰੈਂਸ ਕੁਝ ਹੋਰ ਸੀ, ਅੱਜ ਪ੍ਰੈਫਰੈਂਸ ਕੁਝ ਹੋਰ ਹੈ। ਇਹ ਸਟੂਡੈਂਟ ਹੈ, ਇਹਦਾ ਨਾਮ ਹੈ ਟੈਂਜ਼ਨ ਡਾਵਾ। ਇਹ ਨਾ ਪੰਜਾਬ 'ਚ ਕਾਮਨ ਨਹੀਂ ਹੈ। ਇਹ ਪ੍ਰੋਫਾਈਲ ਸਾਡੇ ਕੋਲ ਨਾਰਥ ਈਸਟ ਤੋਂ ਆਈ ਹੈ, ਤਿੱਬਤ ਸਾਈਡ ਤੋਂ। 8 ਸਾਲ ਦੇ ਗੈਪ ਦੇ ਨਾਲ ਇਹਦੀ 17 ਜਨਵਰੀ 2023 ਦੀ ਪਾਸਪੋਰਟ ਰਿਕੁਐਸਟ ਹੈ। 8 ਸਾਲ ਦੇ ਗੈਪ ਤੇ ਵੀਜ਼ਾ ਆਇਆ ਹੈ। ਅੱਜ ਦਾ ਦੌਰ ਸਟੂਡੈਂਟਸ ਬਾਹਰ ਜਾ ਕੇ ਸੈਟਲ ਹੋਣਾ ਬਹੁਤ ਪਸੰਦ ਕਰਦੇ ਨੇ, ਬਟ ਸਟੱਡੀ ਕਿਵੇਂ ਕਰਨੀ ਹੈ, ਕਿੱਥੇ ਸੈਟਲ ਹੋਣਾ ਹੈ, ਸਕਾਲਰਸ਼ਿਪ ਸਾਨੂੰ ਕਿੱਦਾਂ ਮਿਲਣਗੀਆਂ, ਇਹ ਅੱਜ ਅਸੀਂ ਆਪਣੀ ਪੋਡਕਾਸਟ ਸੀਰੀਜ਼ 'ਚ ਡਿਸਕਸ ਕਰਾਂਗੇ ਮਿਸਟਰ ਨਿਤਿਨ ਕਪੂਰ ਨਾਲ, ਜੋ ਕਿ ਫਾਊਂਡਰ ਤੇ ਡਾਇਰੈਕਟਰ ਹੈ ਡਾਇਨਾਮਿਕ ਸਟੱਡੀ ਪਲੈਨਟ। ਸੋ ਤੁਸੀਂ ਸਾਡੀ ਪੋਡਕਾਸਟ ਸੀਰੀਜ਼ ਐਂਡ ਤੱਕ ਜ਼ਰੂਰ ਦੇਖਣਾ ਤੇ YouTube ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਕਲਿੱਕ ਕਰਨਾ। ਯੰਗਸਟਰਸ ਪੰਜਾਬ ਵਿੱਚ ਘੱਟ ਹੁੰਦੇ ਜਾ ਰਹੇ ਆ। ਕੀ ਪੰਜਾਬ ਖਾਲੀ ਹੋ ਰਿਹਾ ਹੈ? ਜੇ ਏਦਾਂ ਹੀ ਚੱਲਦਾ ਰਹੂਗਾ ਫਿਰ ਇਮੀਗ੍ਰੇਸ਼ਨ ਇੰਡਸਟਰੀ ਦਾ ਕੀ ਬਣੂਗਾ? ਆਓ ਇਸ ਸਵਾਲਾਂ ਦੇ ਜਵਾਬ ਅਸੀਂ ਜਾਣੀਏ ਮਿਸਟਰ ਨਿਤਿਨ ਕੋਲ। ਨਾ ਪੰਜਾਬ ਖਾਲੀ ਹੋ ਰਿਹਾ, ਨਾ ਇੰਡੀਆ ਦੀ ਕੋਈ ਸਟੇਟ ਖਾਲੀ ਹੋ ਰਹੀ ਹੈ। ਅੱਜ ਦੀ ਡੇਟ 'ਚ ਵੀ ਤੁਸੀਂ ਕਾਲਜਸ ਦੇਖੋ, ਸਕੂਲ ਦੇਖੋ, ਬੱਚਿਆਂ ਨਾਲ ਭਰੇ ਪਏ ਆ। ਹਰ ਸਾਲ ਨਰਸਰੀ ਦੇ ਵਿੱਚ ਵੀ ਹਜ਼ਾਰਾਂ ਦੇ ਹਿਸਾਬ ਨਾਲ ਬੱਚਿਆਂ ਦਾ ਐਡਮਿਸ਼ਨ ਹੁੰਦਾ। ਤੇ ਜੇ ਆਪਾਂ ਗੱਲ ਕਰੀਏ ਗ੍ਰੈਜੂਏਸ਼ਨ ਕਰਕੇ ਜਾਂ +2 ਕਰਕੇ 100 ਬੱਚਾ ਵੀ ਆਇਆ, ਉਹਦੇ ਚੋਂ 15 ਤੋਂ 20% ਬੱਚਾ ਹੀ ਸਟੱਡੀ ਅਬਰੋਡ ਲਈ ਅਪਲਾਈ ਕਰਦਾ ਹੈ। ਸਟਿਲ ਬਾਕੀ ਬੱਚੇ ਇੱਥੇ ਹੀ ਰਹਿ ਕੇ ਆਪਣਾ ਭਵਿੱਖ ਬਣਾਉਂਦੇ ਆ। ਤਾਂ ਇਹ ਗੱਲ ਬਿਲਕੁਲ ਗਲਤ ਹੈ। ਨਾ ਪੰਜਾਬ ਖਾਲੀ ਹੋ ਰਿਹਾ, ਨਾ ਇੰਡੀਆ ਦੀ ਕੋਈ ਸਟੇਟ ਖਾਲੀ ਹੋ ਰਹੀ ਹੈ। ਤੇ ਗੱਲ ਕਰੀਏ ਇਮੀਗ੍ਰੇਸ਼ਨ ਇੰਡਸਟਰੀ ਦੀ, ਸਾਡੇ ਕੋਲ ਕੰਟਰੀਜ਼ ਦੀ ਬਹੁਤ ਆਪਸ਼ਨਸ ਹੈਗੀਆਂ ਨੇ। ਕੈਨੇਡਾ ਹੈ, ਆਸਟ੍ਰੇਲੀਆ, UK, ਨਿਊਜ਼ੀਲੈਂਡ, US। ਹਰ ਟਾਈਮ ਅਕੋਰਡਿੰਗ ਕੰਟਰੀ ਚੇਂਜ ਹੁੰਦੀ ਹੈ, ਰਿਕੁਆਇਰਮੈਂਟਸ ਚੇਂਜ ਹੁੰਦੀਆਂ ਨੇ। ਕਦੀ ਕੋਈ ਕੰਟਰੀ ਆਪਣੇ ਵੀਜ਼ਾ ਈਜ਼ੀਲੀ ਓਪਨ ਕਰਦੀ ਹੈ, ਕਈ ਰਿਸਟ੍ਰਿਕਟ ਕਰਦੀਆਂ ਨੇ। ਤੇ ਇਮੀਗ੍ਰੇਸ਼ਨ ਇੰਡਸਟਰੀ ਦਾ ਫਿਊਚਰ ਬ੍ਰਾਈਟ ਹੈ। ਇਹ ਅਗਲੇ 50 ਸਾਲ ਤੱਕ ਖਤਮ ਨਹੀਂ ਹੋ ਸਕਦਾ। ਅੱਜ ਕੱਲ ਬੱਚਿਆਂ ਨੂੰ ਬਾਹਰ ਜਾਣ ਦਾ ਕ੍ਰੇਜ਼ ਬਹੁਤ ਹੈ। ਉਹਨਾਂ ਨੂੰ ਇਹ ਹੈ ਕਿ ਮੈਂ ਆਪਣੀ ਹਾਇਰ ਸਟੱਡੀਜ਼ ਉੱਥੇ ਕੰਪਲੀਟ ਕਰਕੇ ਸੈਟਲ ਹੋਵਾਂ। ਬਟ ਅਕੋਰਡਿੰਗ ਟੂ ਸਟੈਟਸ ਜੇ ਆਪਾਂ ਦੇਖੀਏ, ਟੌਪ ਮੋਸਟ ਚੋਇਸ ਆਫ ਕੰਟਰੀਜ਼ ਸਟੂਡੈਂਟਸ ਲਈ ਅੱਜ ਕੱਲ ਕਿਹੜੀਆਂ ਨੇ? ਬੱਚਿਆਂ ਦੀ ਪ੍ਰੈਫਰੈਂਸ ਟਾਈਮ ਟੂ ਟਾਈਮ ਚੇਂਜ ਹੁੰਦੀ ਹੈ। ਅੱਜ ਤੋਂ 20 ਸਾਲ ਪਹਿਲਾਂ ਵੀ ਪ੍ਰੈਫਰੈਂਸ ਕੁਝ ਹੋਰ ਸੀ, ਅੱਜ ਪ੍ਰੈਫਰੈਂਸ ਕੁਝ ਹੋਰ ਹੈ। ਜਦੋਂ ਇਮੀਗ੍ਰੇਸ਼ਨ ਇੰਡਸਟਰੀ ਸਟਾਰਟ ਹੋਈ ਸੀ, ਉਹ UK ਤੋਂ ਸਟਾਰਟ ਹੋਈ ਸੀ, ਕਿਉਂਕਿ UK ਅੰਗਰੇਜ਼ ਇੱਥੇ ਸੀਗੇ। ਉਹ ਕਲਚਰ ਡਿਵੈਲਪ ਹੋਇਆ, ਬੱਚਿਆਂ ਨੇ ਇੱਕ ਐਲੀਜੀਬਿਲਟੀ ਲਈ ਕਿ ਅਸੀਂ ਜਾ ਸਕਦੇ ਹਾਂ UK, ਉੱਥੋਂ ਇਮੀਗ੍ਰੇਸ਼ਨ ਇੰਡਸਟਰੀ ਸਟਾਰਟ ਹੋਈ। ਉਸ ਤੋਂ ਬਾਅਦ ਕੰਟਰੀ ਚੇਂਜ ਹੁੰਦੀ ਗਈ। ਵਿੱਚ ਨਿਊਜ਼ੀਲੈਂਡ ਵੀ ਸੀਗੀ। ਇਫ ਯੂ ਟਾਕ ਅਬਾਊਟ 2012-13, ਉਦੋਂ ਨਿਊਜ਼ੀਲੈਂਡ ਦਾ ਬਹੁਤ ਕ੍ਰੇਜ਼ ਸੀਗਾ। ਉਸ ਤੋਂ ਬਾਅਦ 2016-17 ਤੱਕ ਆਸਟ੍ਰੇਲੀਆ ਦਾ ਬਹੁਤ ਕ੍ਰੇਜ਼ ਰਿਹਾ। ਫਿਰ ਜਦੋਂ ਰੂਲਸ ਚੇਂਜ ਹੋਏ, ਗਾਈਡਲਾਈਨ ਚੇਂਜ ਹੋਈਆਂ, ਪ੍ਰੈਫਰੈਂਸ ਚੇਂਜ ਹੋ ਗਈ। ਅੱਜ ਦੀ ਡੇਟ 'ਚ ਟੌਪ ਡੈਸਟੀਨੇਸ਼ਨ ਕੈਨੇਡਾ ਆ। ਕਿਉਂ? ਈਜ਼ੀ PR ਹੈ, ਤੁਹਾਡਾ ਸਪਾਊਸ ਈਜ਼ੀਲੀ ਜਾ ਸਕਦਾ ਹੈ, ਤੁਸੀਂ ਉੱਥੇ ਸੈਟਲ ਹੋ ਸਕਦੇ ਹੋ, ਫੈਮਿਲੀ ਨੂੰ ਬੁਲਾ ਸਕਦੇ ਹੋ। ਤੇ ਵਟ ਆਈ ਬਿਲੀਵ ਕਿ ਗਾਈਡਲਾਈਨਸ ਦੇ ਅਕੋਰਡਿੰਗ, ਟਾਈਮ ਦੇ ਅਕੋਰਡਿੰਗ ਇਹ ਚੀਜ਼ ਚੇਂਜ ਹੁੰਦੀ ਰਹੇਗੀ ਅਗਲੇ 20 ਸਾਲ ਤੱਕ ਵੀ। ਸਰ ਅਕਸਰ ਕੀ ਹੁੰਦਾ ਕਿ ਮੈਂ ਜਦੋਂ ਆਪਣੇ ਫਰੈਂਡਸ ਨਾਲ ਵੀ ਡਿਸਕਸ਼ਨ ਕਰ ਰਹੀ ਹੁੰਦੀ ਹਾਂ ਤੇ ਉਹਨਾਂ ਦੀ ਵੀ ਕਾਫੀ ਵਧੀਆ ਪ੍ਰੋਫਾਈਲ ਸੀਗੀਆਂ। ਕਈਆਂ ਦੀ ਰਿਫਿਊਜ਼ਲ UK ਤੋਂ ਆਈ, ਕਈਆਂ ਦੀ ਕੈਨੇਡਾ, ਕਈਆਂ ਦੀ ਆਸਟ੍ਰੇਲੀਆ ਤੋਂ। ਕੀ ਰਿਫਿਊਜ਼ਲ ਰੇਟ ਇੰਨਾ ਹਾਈ ਹੈ ਕਿ ਵਧੀਆ ਪ੍ਰੋਫਾਈਲਸ ਦੀ ਵੀ ਰਿਫਿਊਜ਼ਲ ਆ ਰਹੀ ਹੈ? ਪਲੀਜ਼ ਸਾਨੂੰ ਇਹਦੇ ਬਾਰੇ ਕਲੈਰਿਟੀ ਦਿਓ। ਮੈਂ ਤੁਹਾਡੀ ਗੱਲ ਨਾਲ ਮੈਮ ਪੂਰਾ ਐਗਰੀ ਕਰਦਾ ਕਿ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਆ ਰਹੇ ਹੈ। ਬੱਚੇ ਕਹਿੰਦੇ ਵੀ ਸਾਡੇ ਵੀਜ਼ੇ ਨਹੀਂ ਆ ਰਹੇ, 8-8 ਬੈਂਡ ਤੇ ਰਿਫਿਊਜ਼ ਹੋ ਰਿਹਾ ਹੈ, ਗੈਪ ਕੇਸਿਸ ਹੈਗੇ ਹੈ ਤੇ ਵੀਜ਼ਾ ਨਹੀਂ ਆ ਰਹੇ। ਹਰ ਕੰਟਰੀ ਰਿਫਿਊਜ਼ ਕਰ ਰਹੀ ਹੈ। ਬਟ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਇਹ ਕੰਟਰੀਜ਼ ਹੈਗੀਆਂ ਨੇ, ਇਹਨਾਂ ਨੂੰ ਬੱਚਿਆਂ ਦੀ ਰਿਕੁਆਇਰਮੈਂਟ ਹੈਗੀ ਹੈ। ਇਹਨਾਂ ਲਈ ਇਹ ਇੱਕ ਇਨਕਮ ਸੋਰਸ ਹੈ, ਬਹੁਤ ਵੱਡਾ ਇਨਕਮ ਸੋਰਸ ਹੈ। ਜੇ ਆਪਾਂ ਗੱਲ ਕਰੀਏ ਕੈਨੇਡਾ ਦੀ 35% ਇਕਨੋਮੀ ਇੰਟਰਨੈਸ਼ਨਲ ਐਜੂਕੇਸ਼ਨ ਤੇ ਹੈ। ਉਹਨਾਂ ਦੇ ਕੋਲ ਹਰ ਸਾਲ ਇੱਕ ਮੇਜਰ ਚੰਕ ਬਿਲੀਅਨਸ ਆਫ ਡਾਲਰ ਜਿਹੜਾ ਪੈਸਾ ਉਹਨਾਂ ਕੋਲ ਜਾਂਦਾ ਹੈ, ਜਿਹੜਾ ਯੂਜ਼ ਕਰਦੇ ਹੈ ਫ੍ਰੀ ਆਫ ਕਾਸਟ, ਕਿਉਂਕਿ ਆਪਾਂ ਕੋਈ ਇੰਟਰਸਟ ਨਹੀਂ ਲੈ ਰਹੇ ਉਹਨਾਂ ਤੋਂ, ਨਾ ਹੀ ਪੇ ਕਰ ਰਹੇ ਹਾਂ। ਤੇ ਉਹਦੇ ਤੇ ਉਹਨਾਂ ਨੂੰ ਫ੍ਰੀ ਦਾ ਪੈਸਾ ਮਿਲ ਰਿਹਾ, ਉਹ ਯੂਜ਼ ਕਰਦੇ ਆ, ਯੂਟਿਲਾਈਜ਼ ਕਰਦੇ ਆ ਆਪਣੀ ਇਕਨੋਮੀ ਬਿਲਡਅਪ ਕਰਨ ਲਈ। ਤੇ ਉਹਨਾਂ ਨੂੰ ਬੱਚਿਆਂ ਦੀ ਲੋੜ ਹੈ। ਬਟ ਜਿਹੜੇ ਮੇਜਰ ਫੈਕਟਰ ਹੈਗੇ ਆ, ਜਿਹੜੇ ਮੈਂ ਕਹਿੰਦਾ ਵੀ ਡਿਪੈਂਡ ਕਰਦਾ ਜਿਹਦੇ ਬੇਸ ਤੇ ਰਿਫਿਊਜ਼ਲਸ ਆ ਰਹੇ ਹੈ, ਉਹ ਹੈਗੇ ਕਿ ਲੈਟਸ ਸਪੋਜ਼ ਆਪਾਂ ਗੱਲ ਕਰੀਏ ਵੀ ਹੁਣ ਲੈਟਸ ਸਪੋਜ਼ ਸਾਡਾ ਕੋਈ ਰਿਸ਼ਤੇਦਾਰ ਹੈ, ਉਹ ਕਹਿੰਦਾ ਵੀ ਟੋਰਾਂਟੋ ਹੀ ਆਓ, ਫਲਾਣੇ ਕਾਲਜ 'ਚ ਹੀ ਆਓ। ਹੁਣ ਸਾਰਾ ਬੱਚਾ ਟੋਰਾਂਟੋ ਚੱਲ ਗਿਆ ਤੇ ਫਿਰ ਵੀਜ਼ਾ ਸਾਰਿਆਂ ਨੂੰ ਤੇ ਨਹੀਂ ਮਿਲ ਸਕਦਾ। ਹੁਣ ਡੇ ਬਾਈ ਡੇ ਨੰਬਰ ਆਫ ਐਪਲੀਕੇਸ਼ਨਸ ਇਨਕਰੀਜ਼ ਹੋ ਰਹੀ ਹੈ ਐਮਬੈਸੀ ਦੇ ਵਿੱਚ, ਕਿਉਂਕਿ ਅਸੀਂ ਸੁਣਦੇ ਹਾਂ ਆਸਟ੍ਰੇਲੀਆ 'ਚ ਬੈਕਲੌਗ ਹੈ, ਅਸੀਂ ਸੁਣਦੇ ਹਾਂ ਕੈਨੇਡਾ 'ਚ ਬੈਕਲੌਗ ਹੈ, ਜਿਹਦੇ ਕਰਕੇ ਰਿਫਿਊਜ਼ਲਸ ਆ ਰਹੇ ਹੈ। ਹੁਣ ਲੈਟਸ ਸਪੋਜ਼ ਕੈਨੇਡਾ ਨੇ 1 ਲੱਖ ਵੀਜ਼ਾ ਦੇਣਾ
ਠੀਕ ਹੈ। 1 ਲੱਖ ਵੀਜ਼ਾ ਇੰਡੀਆ ਚੋਂ ਨਹੀਂ ਮਿਲ ਸਕਦਾ, ਉਹ ਹਰ ਕੰਟਰੀ 'ਚ ਡਿਵਾਈਡਡ ਹੈ, ਹਰ ਕੰਟਰੀ ਦਾ ਕੋਟਾ ਹੁੰਦਾ ਹੈ, ਠੀਕ ਹੈ। ਹੁਣ ਲੈਟ ਸਪੋਜ਼ ਜੇ ਆਪਾਂ ਗੱਲ ਕਰੀਏ ਪ੍ਰੀ ਕੋਵਿਡ ਤੋਂ ਪਹਿਲਾਂ ਜਿੰਨੀ ਐਪਲੀਕੇਸ਼ਨ ਸੀਗੀ ਕੋਵਿਡ ਤੋਂ ਬਾਅਦ ਡਬਲ ਹੋ ਚੁੱਕੀ ਹੈ, ਬਟ ਵੀਜ਼ਾ ਤੇ ਉਨਾ ਹੀ ਹੈ, ਉਹਦੇ ਕਰਕੇ ਰਿਫਿਊਜ਼ਲ ਰੇਟ ਹਾਈ ਹੋ ਚੁੱਕਿਆ ਹੈ। ਅੱਜ ਦੀ ਰੇਟ 'ਚ ਬਹੁਤ ਵੱਡਾ ਬਿਜ਼ਨਸ ਬਣ ਚੁੱਕਿਆ ਹੈ। ਕਈ ਕਾਲਜਸ ਹੈਗੇ ਜਿਹੜੇ ਮਾਰਕੀਟ 'ਚ ਹਰ ਕੋਈ ਪ੍ਰਮੋਟ ਕਰ ਰਿਹਾ ਕਿਉਂਕਿ ਉਹਨਾਂ ਨੂੰ ਬੈਨੀਫਿਟ ਜ਼ਿਆਦਾ ਹੁੰਦਾ ਹੈ। ਉਹਦੇ 'ਚ ਕੀ ਹੈ, ਕਾਲਜ ਵੀ ਆਪਣੀ ਲਿਮਿਟ ਤੋਂ ਜ਼ਿਆਦਾ ਸੀਟ ਇਸ਼ੂ ਕਰਦਾ ਹੈ, ਉਹਨਾਂ ਨੂੰ ਫੰਡ ਮਿਲਦਾ ਹੈ। ਲੈਟ ਸਪੋਜ਼ ਇੱਕ ਕਾਲਜ ਦੇ ਪਾਰਟਿਕੂਲਰ ਪ੍ਰੋਗਰਾਮ ਦੇ ਵਿੱਚ 100 ਸੀਟਾਂ ਹੈਗੀਆਂ ਨੇ, ਉਹ 600 ਆਫਰਸ ਇਸ਼ੂ ਕਰਨਗੇ, 600 ਆਫਰਸ ਦੇ ਉੱਤੇ 600 ਟਿਊਸ਼ਨ ਡਿਪੋਜ਼ਿਟ ਆਣਗੇ। ਉਹਨਾਂ ਨੂੰ ਵੀ ਪਤਾ ਹੈ ਕਿ ਸਾਨੂੰ ਐਂਡ ਤੇ 100 ਬੱਚਾ ਮਿਲ ਜਾਣਾ ਹੈ, ਕਿ ਸਾਡੀ ਰਿਫਿਊਜ਼ਲ ਹੈਗੀ ਹੈ ਕਾਲਜ ਦੀ, ਸਾਨੂੰ 100 ਬੱਚਾ ਮਿਲ ਜਾਣਾ ਹੈ, ਤੇ 500 ਬੱਚੇ ਦੀ ਫੀਸ ਜਿਹੜੀ ਹੈਗੀ ਹੈ ਉਹ ਫ੍ਰੀ ਆਫ ਕਾਸਟ ਯੂਜ਼ ਕਰਨਗੇ ਫॉर 6 ਮੰਥਸ। ਮੇਬੀ ਉਹਨੂੰ ਕਿਸੇ ਹੋਰ ਚੀਜ਼ 'ਚ ਇਨਵੈਸਟ ਕਰਨ, ਕੋਈ ਕੈਂਪਸ ਬਿਲਡਅਪ ਕਰਨ। ਅਸੀਂ ਇਹ ਚੀਜ਼ ਪਹਿਲਾਂ ਵੀ ਦੇਖੀ ਹੈ, ਮੌਂਟਰੀਅਲ 'ਚ ਕਈ ਕਾਲਜਸ ਬੰਦ ਹੋਏ, ਇੰਨੀ ਜ਼ਿਆਦਾ ਫੀਸ ਰਿਫੰਡ 'ਚ ਡਿਲੇਜ਼ ਆਏ, ਉਹ ਇਹੀ ਰੀਜ਼ਨ ਸੀਗਾ। ਜੇ ਸਾਨੂੰ ਵੀਜ਼ਾ ਲੈਣਾ ਹੈ, ਸਾਨੂੰ ਇੱਕ ਚੀਜ਼ ਦੇ ਉੱਤੇ ਗੌਰ ਕਰਨਾ ਚਾਹੀਦਾ, ਆਪਾਂ ਕਿਹੜੇ ਕਾਲਜ 'ਚ ਚੱਲੇ ਆ, ਕਿਹੜਾ ਪ੍ਰੋਗਰਾਮ ਅਸੀਂ ਅਪਲਾਈ ਕਰ ਰਹੇ ਹਾਂ, ਕੀ ਉਹ ਕਾਲਜ ਵੈਲਿਡ ਹੈ ਕਿ ਨਹੀਂ ਹੈ, ਉਹਦੇ 'ਚ ਕਿੰਨੀ ਆਫਰਸ ਆਲਰੇਡੀ ਇਸ਼ੂਡ ਹੈਗੀਆਂ ਨੇ, ਉਹਦੇ 'ਚ ਸੀਟ ਕੈਪੈਸਿਟੀ ਕੀ ਹੈ, ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਸਾਨੂੰ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ। ਸਾਨੂੰ ਆਪਣਾ ਏਜੰਟ ਬੜੇ ਹੀ ਸੋਚ ਸਮਝ ਕੇ ਚੂਜ਼ ਕਰਨਾ ਚਾਹੀਦਾ ਹੈ ਜੇ ਸਾਨੂੰ ਵੀਜ਼ਾ ਮਿਲ ਜਾਵੇ। ਹੁਣ ਇੱਕ ਐਗਜ਼ਾਮਪਲ ਹੋਰ ਹੈ, ਜੇ ਲੈਟ ਸਪੋਜ਼ ਅਸੀਂ ਕਹਿੰਦੇ ਆ ਵੀ ਸਾਡਾ ਸਪਟੈਂਬਰ ਇਨਟੇਕ ਹੈ, ਹੁਣ ਜੇ ਆਪਾਂ ਸਪਟੈਂਬਰ ਦੀ ਫਾਈਲਿੰਗ ਮਈ ਦੇ ਵਿੱਚ ਲਾਵਾਂਗੇ ਜਾਂ ਜੂਨ ਦੇ ਵਿੱਚ ਲਾਵਾਂਗੇ, ਸਾਡਾ ਵੀਜ਼ਾ ਰਿਫਿਊਜ਼ ਹੋਣ ਦੇ ਬਹੁਤ ਹਾਈ ਚਾਂਸਸ ਹੈ ਕਿਉਂਕਿ ਕੋਟਾ ਖਤਮ ਹੋ ਚੁੱਕਿਆ ਹੋਏਗਾ। ਸਾਨੂੰ ਕੋਟੇ ਦੇ ਅਕੋਰਡਿੰਗ ਐਟਲੀਸਟ 6 ਮੰਥਸ ਪਹਿਲਾਂ ਜਾਂ 5 ਮੰਥਸ ਪਹਿਲਾਂ ਵੀਜ਼ਾ ਅਪਲਾਈ ਕਰਨਾ ਚਾਹੀਦਾ, ਸੋ ਦੈਟ ਕੋਟੇ ਦੇ ਵਿੱਚ ਸਾਡਾ ਵੀਜ਼ਾ ਆ ਜਾਵੇ ਤੇ ਅਸੀਂ ਈਜ਼ੀਲੀ ਕੈਨੇਡਾ ਜਾ ਸਕੀਏ। ਮਾਰਕੀਟ ਵਿੱਚ ਅੱਜਕੱਲ 3 ਕੈਟਾਗਰੀ ਦੇ ਸਟੂਡੈਂਟਸ ਬਹੁਤ ਹੈ, ਇੱਕ ਸਟੱਡੀ ਵੀਜ਼ਾ ਰਿਫਿਊਜ਼ਲ, ਸਟੱਡੀ ਗੈਪ ਤੇ ਉਹ ਵੀ ਸਟੂਡੈਂਟਸ ਨੇ ਜਿਨ੍ਹਾਂ ਨੇ ਪੀਟੀ ਕੀਤੀ ਹੋਈ ਹੈ। ਕੀ ਇੱਕ 3 ਕੈਟਾਗਰੀ ਦੇ ਸਟੂਡੈਂਟਸ ਕੈਨੇਡਾ ਵਾਸਤੇ ਐਲੀਜੀਬਲ ਹੈ? ਆਪਾਂ ਗੱਲ ਕਰਦੇ ਹਾਂ ਰਿਫਿਊਜ਼ਡ ਕੇਸ ਬਾਰੇ। ਜਿਵੇਂ ਤੁਸੀਂ ਪੁੱਛਿਆ ਰਿਫਿਊਜ਼ ਕੇਸ, ਜੇ ਇੱਕ ਵਾਰੀ ਹੋ ਗਿਆ ਵੀਜ਼ਾ ਲੱਗ ਸਕਦਾ ਹੈ ਜਾਂ ਨਹੀਂ ਲੱਗ ਸਕਦਾ ਹੈ, ਰਿਫਿਊਜ਼ਲ ਆਂਦਾ ਕਿਉਂ ਹੈ, ਉਹਦੇ ਲਈ ਮੇਜਰ ਵੀ ਹੈਵ ਟੂ ਅੰਡਰਸਟੈਂਡ ਦਿਸ ਕਿ ਲਾਈਕ ਇੱਕ ਕਨਸੈਪਟ ਹੈਗਾ, ਪੂਰਾ ਇੱਕ ਪ੍ਰੋਸੈਸ ਹੈ। ਪ੍ਰੋਸੈਸ ਦੇ ਵਿੱਚ ਸਾਡਾ ਕੋਰਸ ਸਿਲੈਕਸ਼ਨ ਠੀਕ ਹੈ ਕਿ ਨਹੀਂ ਹੈ, ਸਾਡਾ ਕਾਲਜ ਸਿਲੈਕਸ਼ਨ ਠੀਕ ਹੈ ਕਿ ਨਹੀਂ ਹੈ, ਈਵਨ ਦੋ ਸਾਡਾ ਏਜੰਟ ਸਿਲੈਕਸ਼ਨ ਠੀਕ ਹੈ ਕਿ ਨਹੀਂ ਹੈ, ਉਹ ਵੀ ਮੈਟਰ ਕਰਦਾ ਹੈ। ਕਿਉਂ? ਲੈਟ ਸਪੋਜ਼ ਆਪਾਂ ਏਜੰਟ ਕੋਲ ਗਏ, ਆਪਾਂ ਕਿਹਾ ਵੀ ਫਾਈਲ ਲਾਣੀ ਹੈ, ਅੱਜ ਦੀ ਡੇਟ 'ਚ ਮੈਜੋਰਿਟੀ ਏਜੰਟ ਕਰੀਮ ਫਾਈਲ ਦੇਖਦਾ ਕਿ ਬੱਚਾ ਰੀਸੈਂਟ ਪਾਸ ਆਊਟ ਹੈਗਾ, 6.5 ਬੈਂਡ ਹੈਗੇ, 7 ਬੈਂਡ ਹੈਗੇ, ਕਰ ਦਿਓ 10 ਚੋਂ 9 ਵੀਜ਼ੇ 8 ਵੀਜ਼ੇ ਆ ਜਾਂਦੇ ਆ, ਸਾਡੇ ਲਈ ਈਜ਼ੀ ਇਨਕਮ ਹੈ। ਬਟ ਸਾਡੇ ਅਕੋਰਡਿੰਗ ਬੱਚਾ ਐਲੀਜੀਬਲ ਹੈਗਾ ਜਿਹਦਾ ਗੈਪ ਵੀ ਹੈ, ਜੇ ਉਹਦੇ 4 ਰਿਫਿਊਜ਼ਲ ਹੋ ਗਏ 5 ਰਿਫਿਊਜ਼ਲ ਹੋ ਗਏ, ਉਹ ਬੱਚਾ ਵੀ ਐਲੀਜੀਬਲ ਹੈ। ਅੰਡਰਸਟੈਂਡ ਵਨ ਥਿੰਗ, ਵੀਜ਼ਾ ਆਫਿਸਰ ਨੂੰ ਸਾਨੂੰ ਸੈਟੀਸਫਾਈ ਕਰਨਾ ਪੈਂਦਾ। ਜੇ ਆਪਾਂ ਗੱਲ ਕਰੀਏ ਵੀਜ਼ਾ ਅਫਸਰ ਨੇ ਕੀ ਦੇਖਣਾ ਫਾਈਲ ਦੇ ਵਿੱਚ, ਉਹਨੇ ਦੇਖਣਾ ਵੀ ਤੁਸੀਂ ਜੈਨੂਇਨ ਸਟੂਡੈਂਟ ਹੋ, ਤੁਸੀਂ ਅਪਲਾਈ ਕਰ ਰਹੇ ਹੋ, ਤੁਹਾਡਾ ਪ੍ਰੋਗਰਾਮ ਠੀਕ ਹੈ, ਤੁਹਾਡੀ ਚੁਆਇਸ ਆਫ ਕਾਲਜ ਠੀਕ ਹੈ, ਤੁਹਾਡਾ ਫਿਊਚਰ ਠੀਕ ਹੈ, ਇੰਡੀਆ ਤੁਸੀਂ ਵਾਪਸ ਆਓਗੇ। ਜੇ ਉਹਨੂੰ ਤੁਸੀਂ ਸੈਟੀਸਫਾਈ ਕਰੋਗੇ ਤਾਂ ਵੀਜ਼ਾ ਤੁਹਾਨੂੰ ਜ਼ਰੂਰ ਮਿਲੇਗਾ, ਚਾਹੇ ਤੁਹਾਡੇ 2 ਰਿਫਿਊਜ਼ਲ ਹੈ, ਚਾਹੇ 4 ਰਿਫਿਊਜ਼ਲ ਹੈ, ਚਾਹੇ 10 ਰਿਫਿਊਜ਼ਲ ਹੈ। ਸਾਨੂੰ ਵੀਜ਼ਾ ਅਫਸਰ ਨੂੰ ਸੈਟੀਸਫਾਈ ਕਰਨਾ ਹੈ, ਉਹਦੇ ਲਈ ਤੁਹਾਨੂੰ ਏਜੰਟ ਸਿਲੈਕਸ਼ਨ ਆਪਣੀ ਸਹੀ ਰੱਖਣੀ ਪੈਣੀ ਹੈ। ਤੁਸੀਂ ਕਿਸੇ ਵੀ ਏਜੰਟ ਕੋਲ ਫਾਈਲ ਲਾਉਂਦੇ ਹੋ, ਤੁਸੀਂ ਪਹਿਲਾਂ ਦੇਖੋ ਕਿ ਉਹ ਰਿਫਿਊਜ਼ ਕੇਸਿਸ ਤੇ ਕੰਮ ਕਰਦੇ ਆ ਜਾਂ ਨਹੀਂ ਕਰਦੇ ਆ, ਰਿਫਿਊਜ਼ਲ ਦੇ ਵਿੱਚ ਉਹਨਾਂ ਦਾ ਸਕਸੈਸ ਕੀ ਹੈ, ਉਹਨਾਂ ਕੋਲੋਂ ਪੁੱਛੋ ਕਿ ਵੀ ਤੁਸੀਂ ਰਿਫਿਊਜ਼ਲ ਦੇ ਉੱਤੇ ਵੀਜ਼ੇ ਲਏ ਹੈ ਤਾਂ ਪਹਿਲਾਂ ਪ੍ਰੋਫਾਈਲ ਦਿਖਾਓ, ਰਿਫਿਊਜ਼ਲ ਦਿਖਾਓ ਤੇ ਵੀਜ਼ਾ ਵੀ ਦਿਖਾਓ। ਹੁਣ ਅੱਜ ਦੀ ਗੱਲ ਹੈ, ਅੱਜ ਸਵੇਰੇ ਜਦੋਂ ਮੈਂ ਉੱਠਿਆ ਇੱਕ ਕੇਸ ਮੈਂ ਤੁਹਾਨੂੰ ਸ਼ੇਅਰ ਕਰਦਾ। ਆਪਾਂ ਗੱਲ ਕਰਦੇ ਆ ਗੈਪ ਕੇਸਿਸ ਦਾ ਕਿ 2 ਸਾਲ ਦਾ ਗੈਪ ਹੋ ਗਿਆ, ਕੈਨੇਡਾ ਵੀਜ਼ਾ ਨਹੀਂ ਲੱਗ ਸਕਦਾ। ਸਾਡੇ ਕੋਲ ਪੈਨ ਇੰਡੀਆ ਤੋਂ ਐਪਲੀਕੇਸ਼ਨ ਆਉਂਦੀਆਂ ਨੇ। ਹੁਣ ਇਹ ਸਟੂਡੈਂਟ ਹੈ, ਇਹਦਾ ਨਾਂ ਹੈ ਟੈਂਜ਼ਨ ਡਾਵਾ, ਇਹ ਨਾ ਪੰਜਾਬ 'ਚ ਕਾਮਨ ਨਹੀਂ ਹੈ। ਇਹ ਪ੍ਰੋਫਾਈਲ ਸਾਡੇ ਕੋਲ ਨਾਰਥ ਈਸਟ ਤੋਂ ਆਈ ਹੈ, ਤਿੱਬਤ ਸਾਈਡ ਤੋਂ। ਇਸ ਬੱਚੇ ਦੀ ਗ੍ਰੈਜੂਏਸ਼ਨ 2015 ਦੀ ਹੈ। 2015 ਦੀ ਗ੍ਰੈਜੂਏਸ਼ਨ ਦੇ ਨਾਲ 8 ਸਾਲ ਦੇ ਗੈਪ ਦੇ ਨਾਲ ਇਹਦੀ 17 ਜਨਵਰੀ 2023 ਦੀ ਪਾਸਪੋਰਟ ਰਿਕੁਐਸਟ ਹੈ। 8 ਸਾਲ ਦੇ ਗੈਪ ਤੇ ਵੀਜ਼ਾ ਆਇਆ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਲੋ ਅਕੈਡਮਿਕ ਸਕੋਰਸ। ਬੱਚੇ ਕਹਿੰਦੇ ਵੀ ਸਾਡੇ ਗ੍ਰੈਜੂਏਸ਼ਨ 'ਚ 52% ਹੈ, 53% ਹੈ, ਵੀਜ਼ਾ ਲੱਗ ਸਕਦਾ ਜਾਂ ਨਹੀਂ ਲੱਗ ਸਕਦਾ। ਮਈ 2017 ਗ੍ਰੈਜੂਏਸ਼ਨ 2nd ਡਿਵੀਜ਼ਨ, ਇਹਦਾ ਇਹ ਰਿਹਾ ਪਾਸਪੋਰਟ। ਨਵੰਬਰ ਮਹੀਨੇ ਦਾ ਪਾਸਪੋਰਟ ਹੈ, ਜਨਵਰੀ 'ਚ ਕੁੜੀ ਟਰੈਵਲ ਕਰ ਗਈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਅਗੇਨ, ਕਈ ਬੱਚਿਆਂ ਦਾ ਸਵਾਲ ਹੈ ਪੀਟੀ ਤੇ ਵੀਜ਼ਾ ਲੱਗ ਸਕਦਾ ਹੈ। ਇਹ ਕੁੜੀ ਅਮਨਪ੍ਰੀਤ ਕੌਰ, ਮਈ 2018 'ਚ ਇਹਦੀ ਗ੍ਰੈਜੂਏਸ਼ਨ ਹੋਈ ਹੈ, ਠੀਕ ਹੈ ਜੀ। ਇਹ ਰਿਹਾ ਇਹਦਾ ਪੀਟੀ ਦਾ ਸਕੋਰ, ਇਹਦੀ ਵੀਡੀਓ ਵੀ ਤੁਸੀਂ ਸਾਡੇ ਪੇਜ 'ਤੇ ਚੈੱਕ ਕਰ ਸਕਦੇ ਹੋ। ਤੇ ਇਹ ਰਿਹਾ ਇਹਦਾ ਵੀਜ਼ਾ, ਇਹ ਕੁੜੀ ਵੀ ਟਰੈਵਲ ਕਰ ਚੁੱਕੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੇ ਕਿਸੇ ਨੇ ਮਾਸਟਰਸ ਕਰ ਲਈ,
ਬਈ ਏਜੰਟ ਕਹਿੰਦੇ ਮਾਸਟਰਸ ਕਰ ਲਈ, ਹੁਣ ਕੀ ਕਰੋਗੇ, ਮਾਸਟਰ ਤੋਂ ਬਾਅਦ ਵੀਜ਼ਾ ਨਹੀਂ ਲੱਗ ਸਕਦਾ। ਲੋ ਜੀ ਪ੍ਰੋਫਾਈਲ, ਇਹ ਕੁੜੀ ਇਹਦੀ ਮਾਸਟਰਸ 2019 ਦੀ ਹੈਗੀ ਹੈ, ਇਹਨੇ ਮਾਸਟਰਸ ਦੇ ਵਿੱਚ MSc ਮਾਸਟਰਸ ਆਫ ਸਾਇੰਸ ਐਂਡ ਆਨਰਸ, ਕੁੜੀ PhD ਵੀ ਕਰ ਰਹੀ ਸੀ ਇੱਥੇ। ਇਹ ਰਹੀ ਇਹਦੀ, ਤੇ ਇਹਦਾ IELTS ਵੀ ਜਨਰਲ ਟ੍ਰੇਨਿੰਗ ਦਾ IELTS ਹੈ। GT ਤੇ ਵੀਜ਼ਾ ਨਹੀਂ ਲੱਗਦਾ, ਉਹਨਾਂ ਲਈ ਮੈਸੇਜ ਹੈ ਜਿਨ੍ਹਾਂ ਨੇ GT ਚ IELTS ਕੀਤੀ ਹੋਈ ਹੈ। ਇਹ GT ਦਾ ਇਹਦਾ IELTS ਹੈ ਤੇ ਇਹ ਰਿਹਾ ਇਹਦਾ ਵੀਜ਼ਾ। ਇੱਦਾਂ ਦੀਆਂ ਬਹੁਤ ਪ੍ਰੋਫਾਈਲਸ ਹੈਗੀਆਂ ਸਾਡੇ ਕੋਲ, ਇੱਦਾਂ ਦਾ ਕੁਝ ਨਹੀਂ ਹੈ। ਤੁਸੀਂ ਕਿਸੇ ਵੀ ਏਜੰਟ ਕੋਲ ਅਪਲਾਈ ਕਰੋ, ਪਹਿਲਾਂ ਚੈੱਕ ਕਰੋ ਕਿ ਏਜੰਟ ਕੈਪੇਬਲ ਹੈ ਕਿ ਨਹੀਂ ਹੈ, ਦੈਨ ਆਪਣਾ ਵੀਜ਼ਾ ਫਾਈਲ ਤੁਸੀਂ ਉਹਦੇ ਕੋਲ ਪ੍ਰੋਸੈਸ ਕਰਾਓ। ਆਪਣੀ ਆਈ ਰੱਖੋ ਫਾਈਲ ਤੇ, ਤੁਹਾਨੂੰ ਪਤਾ ਹੋਣਾ ਚਾਹੀਦਾ ਟ੍ਰਾਂਸਪੇਰੈਂਸੀ, ਕਿਹੜਾ ਕਾਲਜ ਤੁਸੀਂ ਅਪਲਾਈ ਕਰੋ, ਰਿਸਰਚ ਆਊਟ ਕਰੋ ਕਾਲਜ ਦੇ ਰਿਵਿਊਜ਼ ਕਿੱਦਾਂ ਦੇ ਹੈਗੇ ਆ, ਉਹਦੇ ਜੇ ਸੀਟਸ ਅਵੇਲੇਬਲ ਕਿੰਨੀ ਹੈ, ਕਿੰਨੇ ਪ੍ਰੋਗਰਾਮਸ ਹੈਗੇ ਆ। ਹੁਣ ਕੁਝ ਕਾਲਜਸ ਹੁੰਦੇ ਜਿਨ੍ਹਾਂ ਕੋਲ 2 ਜਾਂ 3 ਪ੍ਰੋਗਰਾਮ ਹੁੰਦੇ, ਟੋਰਾਂਟੋ ਦੇ ਬੜੇ ਫੇਮਸ ਕਾਲਜਸ ਹੈ 3 ਪ੍ਰੋਗਰਾਮ ਦੇ ਨਾਲ ਕਾਲਜ ਚਲਾ ਰਹੇ ਆ, ਤੇ ਆਬਵੀਅਸ ਹੀ ਗੱਲ ਹੈ ਉਹਨਾਂ ਕੋਲ ਸੀਟ ਅਵੇਲੇਬਿਲਿਟੀ ਲਿਮਿਟਡ ਹੈ। ਇਦਾਂ ਦੇ ਕਾਲਜਸ 'ਚ ਨਾ ਅਪਲਾਈ ਕਰੋ ਜਿੱਥੇ ਪ੍ਰੋਗਰਾਮਸ ਘੱਟ ਨੇ। ਕਾਲਜ ਸਿਲੈਕਸ਼ਨ ਆਪਣੀ ਠੀਕ ਰੱਖੋ, ਪ੍ਰੋਗਰਾਮ ਸਿਲੈਕਸ਼ਨ ਆਪਣੀ ਠੀਕ ਰੱਖੋ, ਏਜੰਟ ਸਿਲੈਕਸ਼ਨ ਆਪਣੀ ਵਧੀਆ ਰੱਖੋ ਤੇ ਵੀਜ਼ਾ ਆਏਗਾ, ਕੋਈ ਪ੍ਰੋਬਲਮ ਨਹੀਂ ਹੈ। ਤੇ ਐਜ਼ ਯੂ ਸੈਡ PT ਸਟੂਡੈਂਟਸ ਦਾ ਇੱਕ ਸਭ ਤੋਂ ਵੱਡਾ ਜਿਹੜਾ ਮੈਂ ਕਹਿ ਸਕਦਾ ਪ੍ਰੋਬਲਮ ਹੈ ਅੰਡਰਸਟੈਂਡ ਕਰਨ ਲਈ, ਕਿ PT ਨੂੰ IELTS ਨਾਲ ਕੰਪੇਅਰ ਨਾ ਕਰੋ। ਬੱਚੇ ਕੀ ਸੋਚਦੇ ਆ, ਏਜੰਟਸ ਕੀ ਕਹਿੰਦੇ ਆ, ਉਹਦੇ 'ਚ ਕੀ ਹੁੰਦਾ ਵੀ ਲੈਟਸ ਸਪੋਜ਼ ਤੁਹਾਡੇ 6 in each ਹੈ, 6 in each is 52 in PT, ਤੇ ਉਹਦੇ ਨਾਲ ਤੁਸੀਂ ਫਾਈਲ ਅਪਲਾਈ ਕਰਦੇ ਨੇ। PT ਈਜ਼ੀ ਹੈ IELTS ਤੋਂ, ਇਹ ਸਾਰਿਆਂ ਨੂੰ ਪਤਾ ਹੈ, ਐਮਬੈਸੀ ਨੂੰ ਵੀ ਪਤਾ, ਤੇ PT ਦੀ ਰਿਕੁਆਇਰਮੈਂਟਸ ਹਾਈ ਹੁੰਦੀ ਹੈ। ਜੇ PT ਨਾਲ ਤੁਸੀਂ ਫਾਈਲ ਅਪਲਾਈ ਕਰਨਾ ਹੈ ਐਟਲੀਸਟ 60 ਓਵਰਆਲ, ਨਾਟ ਲੈਸ ਦੈਨ 58 or 57, ਮੀਨਸ ਸਾਰਿਆਂ ਚੋਂ 6.5 ਰਿਕੁਆਇਰਡ, ਤਾਂ ਹੀ PT 'ਚ ਫਾਈਲ ਅਪਲਾਈ ਕਰੋ। ਉਸ ਤੋਂ ਬਾਅਦ ਇਹ PT ਦੀ ਫਾਈਲ ਸਾਰੇ ਕਹਿੰਦੇ ਵੀ SDS ਹੈ, ਨੌਨ SDS ਹੈ, ਆਪਾਂ ਫੰਡ ਸ਼ੋ ਕਰ ਦਿੰਨੇ ਆ। ਤੁਸੀਂ ਫੰਡ ਸ਼ੋ ਨਾ ਕਰੋ, ਐਮਬੈਸੀ ਨੂੰ ਤੁਹਾਡੇ ਫੰਡਸ ਨਹੀਂ ਚਾਹੀਦੇ। ਜੇ ਆਪਾਂ ਨੌਨ SDS ਦੀ ਗੱਲ ਕਰੀਏ, ਤੁਸੀਂ ਆਨਲਾਈਨ ਆਪ ਚੈੱਕਲਿਸਟ ਡਾਊਨਲੋਡ ਕਰੋ, ਗੂਗਲ ਤੇ ਪਾਓ SDS ਨੌਨ SDS ਚੈੱਕਲਿਸਟ ਫॉर ਕੈਨੇਡਾ, ਉਹਦੇ ਜੇ ਚੈੱਕਲਿਸਟ 'ਚ ਦੇਖੋ ਸਿਰਫ 2 ਸਾਲ ਦੀ ITRs ਰਿਕੁਆਇਰਡ ਹੈ, ਕੋਈ ਫੰਡ ਨਹੀਂ ਮੰਗਿਆ ਤੁਹਾਡੇ ਤੋਂ, ਕੋਈ ਜੇ ਫਾਰਮ ਨਹੀਂ, ਕੋਈ ਫਰਦਾ ਨਹੀਂ। ਇਹਦੇ 'ਚ ਕੀ ਹੁੰਦਾ ਹੈ, ਮੈਜੋਰਟੀ ਏਜੰਟਸ ਕੀ ਕਰਦੇ ਆ, ਫੰਡ ਦੇ ਨਾਂ ਤੋਂ ਤੁਹਾਡੇ ਤੋਂ ਪੈਸੇ ਲੈਂਦੇ ਆ, ਉਹ ਉਹਨਾਂ ਦਾ ਮੇਜਰ ਇਨਕਮ ਸੋਰਸ ਹੈ, ਉਹਨਾਂ ਨੂੰ ਤੁਹਾਡੇ ਵੀਜ਼ੇ ਨਾਲ ਕੋਈ ਮਤਲਬ ਨਹੀਂ ਹੈ। ਉਹਨਾਂ ਨੇ ਲੱਖ ਰੁਪਏ ਤੁਹਾਡੇ ਤੋਂ ਫੰਡ ਦਾ ਲੈ ਲੈਣਾ, ਮੁੜ ਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਏਗਾ, ਉਹਨਾਂ ਦੀ ਇਨਕਮ ਹੋ ਗਈ। ਜੇ ਤੁਸੀਂ PT ਤੇ ਵੀ ਅਪਲਾਈ ਕਰਨਾ ਹੈ, ਕੋਸ਼ਿਸ਼ ਕਰੋ ITR ਆਪਣੀ ਟਾਈਮ ਨਾਲ ਫਾਈਲ ਕਰਨੀ ਸ਼ੁਰੂ ਕਰ ਦਿਓ, ਜਾਂ ਬੈਕ ਡੇਟ ਦੀ ਪੈਨਲਟੀ ਦੇ ਕੇ ਫਾਈਲ ਕਰੋ, ਬਟ 2 ਸਾਲ ਦੀ ITR ਮੈਂਡੇਟਰੀ ਹੈ, ਤੇ ਇਨਕਮ ਇੱਕ ਲੈਜਿਟਿਮੇਟ ਹੋਣੀ ਚਾਹੀਦੀ ਹੈ ਕਿ ਤੁਸੀਂ ਪੜ੍ਹਾਉਣ, ਆਪਣੇ ਬੱਚੇ ਨੂੰ ਪੜ੍ਹਾਉਣ ਜੋਗੇ ਤੁਹਾਡੇ ਕੋਲ ਪੈਸੇ ਹੈਗੇ ਹੈ। ਫੰਡ ਸ਼ੋ ਕਰਨ ਦੀ ਕੋਈ ਲੋੜ ਨਹੀਂ ਹੈ, PT ਤੇ ਵੀ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਕੋਈ ਕੰਸਲਟੈਂਟਸ ਕਹਿੰਦੇ ਆ ਨੋ ਪ੍ਰੋਸੈਸਿੰਗ ਫੀ, ਕੋਈ ਕੰਸਲਟੈਂਟਸ ਕਹਿੰਦੇ ਆ ਫੀ ਆਫਟਰ ਵੀਜ਼ਾ। ਇਹ ਦੋਨੋਂ ਟਰਮਸ 'ਚ ਸਟੂਡੈਂਟਸ ਨੂੰ ਕੀ ਚੂਜ਼ ਕਰਨਾ ਚਾਹੀਦਾ? ਬੜਾ ਵੈਲਿਡ ਪੁਆਇੰਟ ਹੈ ਮੈਡਮ ਤੁਹਾਡਾ, ਕਿਉਂਕਿ ਇਹ ਸਵਾਲ ਮੈਨੂੰ ਵੀ ਡੇ ਟੂ ਡੇ ਬੇਸਿਸ ਤੇ ਕਲਾਇੰਟਸ ਮੇਰੇ ਆ ਕੇ ਪੁੱਛਦੇ ਆ, ਸਟੂਡੈਂਟਸ ਪੁੱਛਦੇ ਆ ਕਿ ਵੀ ਸਾਨੂੰ ਕਿਸੇ ਨੇ ਕਿਹਾ ਕਿ ਵੀ ਪ੍ਰੋਸੈਸਿੰਗ ਫੀਸ ਨਹੀਂ ਹੈ, ਜਾਂ ਫਲਾਣਾ ਏਜੰਟ ਕਹਿ ਰਿਹਾ ਵੀ ਫੀਸ ਆਫਟਰ ਵੀਜ਼ਾ। ਮੇਰਾ ਇਹ ਮੰਨਣਾ ਹੈ ਤੁਸੀਂ ਸਰਵਿਸ ਦੇਖੋ, ਤੁਹਾਨੂੰ ਚੂਜ਼ ਕਰਨਾ ਚਾਹੀਦਾ ਹੈ ਸਰਵਿਸ, ਕਿ ਤੁਹਾਨੂੰ ਸਰਵਿਸ ਕੀ ਮਿਲ ਰਹੀ ਹੈ। ਫੀਸ ਆਫਟਰ ਵੀਜ਼ਾ, ਬਿਫੋਰ ਵੀਜ਼ਾ, ਨੋ ਫੀਸ, ਕਿਉਂਕਿ ਫੀਸ ਤਾਂ ਤੁਹਾਡੀ ਲੱਗਣੀ ਹੈ, ਅੱਜ ਵੀ ਲੱਗਣੀ ਹੈ, ਬਾਅਦ 'ਚ ਵੀ ਲੱਗਣੀ ਹੈ। ਐਮਬੈਸੀ ਫੀਸ ਵੀ ਤੁਸੀਂ ਦੇਣੀ ਹੈ, ਕਾਲਜ ਦੀ ਫੀਸ ਵੀ ਦੇਣੀ ਹੈ, ਚਾਹੇ ਅੱਜ ਦਿਓ ਚਾਹੇ ਬਾਅਦ 'ਚ ਦਿਓ। ਸਰਵਿਸ ਕੌਣ ਦੇ ਰਿਹਾ? ਹੁਣ ਇੱਕ ਐਗਜ਼ਾਮਪਲ ਦੀ ਗੱਲ ਕਰਦੇ ਹਾਂ ਕਿ ਲੈਟਸ ਸਪੋਜ਼ ਇੱਕ ਕੰਪਨੀ ਹੈ, ਉਹ ਕਹਿੰਦੀ ਅਸੀਂ ਤੁਹਾਡੇ ਤੋਂ ਕੁਝ ਵੀ ਚਾਰਜ ਨਹੀਂ ਕਰ ਰਹੇ, ਬਟ ਉਹ ਤੁਹਾਨੂੰ ਸਰਵਿਸ ਵੀ ਨਹੀਂ ਦੇਣਗੇ। ਤੁਸੀਂ ਉਹਨਾਂ ਨੂੰ ਪੁੱਛੋ ਵੀ ਜਿਹੜੀ ਸਾਡੀ ਫਾਰਮਸ ਫਾਈਲਿੰਗ ਹੈ, ਜਿਹੜੀ ਸਾਡੀ SOP ਹੈ, ਉਹ ਤਿਆਰ ਕਰਨਗੇ ਜਾਂ ਬੱਚੇ ਨੇ ਤਿਆਰ ਕਰਨੀ ਹੈ? ਉਹ ਇੱਕ ਸੈਂਪਲ ਦੇ ਦਿੰਦੇ ਆ ਕਿ ਲੋ ਜੀ ਇਹ ਸੈਂਪਲ ਹੈਗਾ, ਤੁਸੀਂ ਐਡਿਟ ਕਰਕੇ ਦੇ ਦਿਓ। ਹੁਣ ਉਹਦੇ 'ਚ ਕੀ ਹੁੰਦਾ, ਤੁਹਾਨੂੰ ਨਹੀਂ ਪਤਾ SOP 'ਚ ਕੀ ਲਿਖਣਾ ਹੈ, ਤੇ SOP ਸਭ ਤੋਂ ਕੀ ਪੁਆਇੰਟ ਹੈ ਵੀਜ਼ਾ ਲੈਣ ਲਈ। ਹੁਣ ਅਸੀਂ ਐਡਿਟ ਕਰ ਲੈਂਦੇ ਹਾਂ, ਐਡਿਟ ਕਰਕੇ ਇੱਕ ਕਾਪੀ ਪੇਸਟ ਨੂੰ ਐਡਿਟ ਕਰ ਲਿਆ। ਤੁਸੀਂ ਇਸ ਚੀਜ਼ ਨੂੰ ਸੋਚੋ ਕਿ ਇਹ ਸੈਂਪਲ SOP ਕਿੰਨੇ ਬੱਚਿਆਂ ਕੋਲ ਪਹਿਲਾਂ ਗਈ ਹੋਏਗੀ, ਕਿੰਨਿਆਂ ਨੇ ਸਿਰਫ ਆਪਣਾ ਨਾਂ, ਆਪਣਾ ਕਾਲਜ ਤੇ ਆਪਣਾ ਕੋਰਸ ਐਡਿਟ ਕਰਕੇ ਦਿੱਤਾ ਹੈ। ਜੇ ਆਪਾਂ ਗੱਲ ਕਰੀਏ ਅੱਜ ਦੀ ਡੇਟ 'ਚ ਇੱਕ ਪੁਆਇੰਟ ਹੋਰ ਆਇਆ ਸੀ ਥੋੜੇ ਟਾਈਮ ਪਹਿਲਾਂ ਕਿ ਕੈਨੇਡਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰ ਰਿਹਾ ਹੈ ਵੀਜ਼ਾ ਪ੍ਰੋਸੈਸਿੰਗ ਲਈ। ਜੇ ਤੁਸੀਂ ਸੋਚੋ ਉਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੂਜ਼ 'ਚ ਉਹਨਾਂ ਨੂੰ ਕਿੰਨੀ ਦੇਰ ਲੱਗਣੀ ਚੈੱਕ ਕਰਨ ਲਈ ਕਿ ਵੀ SOP ਜੈਨੂਇਨ ਹੈ ਜਾਂ ਕਾਪੀਡ ਹੈ। ਅਸੀਂ ਸਰਵਿਸ ਨਹੀਂ ਦੇਖਦੇ, ਅਸੀਂ ਦੇਖਦੇ ਕਿ ਸਾਡਾ 10,000 ਬਚਦਾ ਪਿਆ ਜਾਂ 15,000 ਬਚਦਾ ਪਿਆ, ਤੇ ਅਸੀਂ ਸਰਵਿਸ ਗਲਤ ਚੂਜ਼ ਕਰ ਲੈਂਦੇ ਆ। ਤੇ ਉਹ ਇੱਕ ਸਭ ਤੋਂ ਵੱਡਾ ਪੁਆਇੰਟ ਹੈ ਜਿਹੜਾ ਆਪਾਂ ਧਿਆਨ 'ਚ ਰੱਖਣਾ ਹੈ। ਦੂਜਾ ਪੁਆਇੰਟ, ਇਹ ਜਿਹੜੀ ਕੰਪਨੀਆਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹਨਾਂ 'ਚ ਇੱਕ ਬੜਾ ਕਾਮਨ ਜਿਹਾ ਪੁਆਇੰਟ ਹੈ ਟਿਊਸ਼ਨ ਫੀਸ। ਸਾਨੂੰ ਲੱਗਦਾ ਵੀ ਕੰਪਨੀ ਸਾਡੇ ਤੋਂ ਕੁਝ ਵੀ ਚਾਰਜ ਨਹੀਂ ਕਰ ਰਹੀ, ਬਟ ਉਹ ਟਿਊਸ਼ਨ ਫੀਸ ਦੇ ਉੱਤੇ 50,000 ਰੁਪਏ, 45,000 ਤੋਂ 50,000 ਰੁਪਏ, ਯੂ ਕੈਨ ਮਾਰਕ ਮਾਈ ਵਰਡਸ,
ਲੈ ਕੇ ਜਾਂਦੇ ਨੇ। ਆਈ ਵਿਲ ਗਿਵ ਯੂ ਐਗਜ਼ਾਮਪਲ ਹਾਊ। ਲੈਟਸ ਸਪੋਜ਼ ਸਾਡੀ ਟਿਊਸ਼ਨ ਫੀਸ $18,000 ਹੈ, GIC ਸਾਡਾ $10,000 ਹੈ। ਇਹਨਾਂ ਦਾ ਟਾਈ ਅਪ ਗਿਣਤੀ ਦੇ ਦੋ ਬੈਂਕ ਹੈਗੇ ਮੇਜਰ, ਇੱਕ HDFC, ਇੱਕ ਐਕਸਿਸ, ਇਹਨਾਂ ਨਾਲ ਟਾਈ ਅਪ ਹੁੰਦਾ ਹੈ। ਤੁਹਾਡੀ ਜਿਹੜੀ ਫੀਸ ਜਾਣੀ ਹੈ ਉਹਦੇ 'ਚ ਉਹਨਾਂ ਨੇ $1.5 ਤੋਂ ਲੈ ਕੇ $2 ਦਾ ਮਾਰਜਨ ਐਡ ਕਰ ਲੈਣਾ ਤੇ ਫੀਸ ਜਾਣੀ ਹੈ। ਉਹਨਾਂ ਨੂੰ ਆਟੋਮੈਟਿਕਲੀ 45 ਤੋਂ 50,000 ਆ ਗਿਆ, ਉਹਨਾਂ ਨੂੰ ਤੁਹਾਡੀ ਕੰਪਨੀ ਫੀਸ ਦੀ ਲੋੜ ਹੀ ਹੈ ਨਹੀਂ ਤੇ ਤੁਹਾਨੂੰ ਪਤਾ ਲੱਗਣਾ ਨਹੀਂ। ਤੁਸੀਂ ਕਹੋਗੇ ਵੀ ਡਾਲਰ ਜ਼ਿਆਦਾ ਹੈ, ਠੀਕ ਹੈ ਜੀ, ਅਸੀਂ ਫੀਸ ਪੇ ਕਰਤੀ। ਪਤਾ ਉਦੋਂ ਲੱਗਣਾ ਹੈ ਜੇ ਰੱਬ ਨਾ ਕਰੇ ਰਿਫਿਊਜ਼ਲ ਆ ਗਿਆ। ਰਿਫਿਊਜ਼ਲ ਆਉਣ ਤੋਂ ਬਾਅਦ ਅੱਜ ਦੀ ਰੇਟ 'ਚ ਰਿਫਿਊਜ਼ਲ ਵਾਲੇ ਕੇਸ ਦੇ ਵਿੱਚ ਮੈਜੋਰਿਟੀ ਬੱਚਾ ਕਹਿੰਦਾ ਵੀ ਸਾਡਾ 70,000 ਕੱਟਿਆ ਗਿਆ, ਸਾਡਾ 80,000 ਕੱਟਿਆ ਗਿਆ। ਉਹ ਇਹੀ ਰੀਜ਼ਨ ਹੁੰਦਾ ਕਿ ਕੰਪਨੀਜ਼ ਆਟੋਮੈਟਿਕਲੀ ਚਾਰਜ ਕਰ ਲੈਂਦੀ ਹੈ। ਉਹ ਸਿਰਫ ਇੱਕ ਬ੍ਰਾਂਡ ਪ੍ਰਮੋਸ਼ਨ ਹੁੰਦੀ ਕਿ ਅਸੀਂ ਕੁਝ ਵੀ ਚਾਰਜ ਨਹੀਂ ਕਰ ਰਹੇ। ਹੁਣ ਤੁਹਾਡਾ ਜਿਹੜਾ ਅਗਲਾ ਸਵਾਲ ਸੀਗਾ ਫੀਸ ਆਫਟਰ ਵੀਜ਼ਾ। ਕੈਨੇਡਾ ਦੇ ਵਿੱਚ ਜਿਹੜਾ ਵੀ ਕਾਲਜ ਫੀਸ ਆਫਟਰ ਵੀਜ਼ਾ, ਇੱਕ ਤਾਂ ਮੈਂ ਭੁਲੇਖਾ ਕੱਢ ਦਿੰਦਾ ਇੱਥੇ, ਕੋਈ ਵੀ ਏਜੰਟ, ਮੈਂ ਕਲੀਅਰ ਕਹਿ ਰਿਹਾ, ਕੋਈ ਵੀ ਏਜੰਟ ਕੋਲੋਂ ਤੁਹਾਡੀ ਫੀਸ ਨਹੀਂ ਭਰੇਗਾ, ਕੋਈ ਨਹੀਂ ਭਰਦਾ। ਅੱਜ ਕੱਲ ਕੋਈ ਰਿਸ਼ਤੇਦਾਰ ਨਹੀਂ ਦਿੰਦਾ ਤੇ ਏਜੰਟ ਜਿਹਨੂੰ ਤੁਸੀਂ ਜਾਣਦੇ ਨਹੀਂ ਉਹਨੇ ਕਿੱਦਾਂ ਤੁਹਾਡੀ ਫੀਸ ਭਰ ਦੇਣੀ ਹੈ। ਇਹ ਕਾਲਜਸ ਦੇ ਵਿੱਚ ਵਰਕ ਪਰਮਿਟ ਨਹੀਂ ਹੁੰਦਾ, ਸਿਰਫ DLI ਹੁੰਦਾ। DLI ਇੱਕ ਸੈਪਰੇਟ ਚੀਜ਼ ਹੈ, ਵਰਕ ਪਰਮਿਟ ਇੱਕ ਸੈਪਰੇਟ ਚੀਜ਼ ਹੈ। ਇਹ ਲੋਕੀ ਕੀ ਕਰਦੇ, ਇਹਨਾਂ ਦਾ ਕਾਲਜਸ ਦੇ ਨਾਲ ਟਾਈ ਅਪ ਹੁੰਦਾ ਹੈ। ਜਿਹੜੇ ਕਾਲਜ ਕਹਿੰਦੇ ਵੀ ਸਾਨੂੰ ਫੀਸ ਆਫਟਰ ਵੀਜ਼ਾ ਦੇ ਦਿਓ, ਅਸੀਂ ਤੁਹਾਨੂੰ ਰਸੀਦ ਦੇ ਦਾਂਗੇ ਵੀ $18,000 ਪੇਡ ਹੈ ਜਾਂ $15,000 ਪੇਡ ਹੈ, GIC ਉਹ ਤੁਹਾਡੇ ਤੋਂ ਪੇ ਕਰਾਉਂਦੇ ਆ। ਤੁਹਾਡਾ ਬੈਨੀਫਿਟ ਕਿੱਥੇ ਹੈ? ਤੁਸੀਂ ਪੈਕੇਜ ਕਰ ਲਿਆ 20 ਲੱਖ ਦਾ, 22 ਲੱਖ ਦਾ, ਤੁਸੀਂ ਡੇ ਐਂਡ ਦੇ 5 ਤੋਂ 7 ਲੱਖ ਰੁਪਏ ਐਕਸਟਰਾ ਦੇ ਕੇ ਆਓਗੇ ਤੇ ਉੱਥੇ ਜਾਣ ਤੋਂ ਬਾਅਦ ਤੁਹਾਨੂੰ ਕਾਲਜ ਵੀ ਚੇਂਜ ਕਰਨਾ ਪੈਣਾ ਕਿਉਂਕਿ ਵਰਕ ਪਰਮਿਟ ਹੀ ਹੈ ਨਹੀਂ। ਤੇ ਇਹਨਾਂ ਪੁਆਇੰਟਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਆਪਾਂ ਸਿਲੈਕਟ ਕਰ ਰਹੇ ਹਾਂ ਏਜੰਟ, ਕਿ ਫੀਸ ਆਫਟਰ ਵੀਜ਼ਾ ਵੀ ਹੈਗਾ, ਕਾਲਜ ਕਿਹੜਾ ਹੈ। ਕੱਲਾ DLI ਨਾ ਦੇਖੋ, ਉਹਦਾ ਵਰਕ ਪਰਮਿਟ ਹੈ ਕਿ ਨਹੀਂ ਉਹ ਵੀ ਦੇਖੋ। ਤੇ ਏਜੰਟ ਨੂੰ ਸਰਵਿਸਿਜ਼ ਪੁੱਛੋ ਕਿ ਤੁਹਾਡੇ ਫਾਰਮਸ ਕੌਣ ਫਾਈਲ ਕਰੇਗਾ, ਤੁਹਾਡੀ SOP ਕੌਣ ਬਣਾਏਗਾ। ਇੱਕ ਸਿੰਪਲ ਜਿਹਾ ਐਗਜ਼ਾਮਪਲ ਹੈ, ਲੈਟਸ ਸਪੋਜ਼ ਤੁਸੀਂ ਇਦਾਂ ਦੀ ਕਿਸੇ ਕੰਪਨੀ 'ਚ ਚੱਲ ਗਏ ਜਿੱਥੇ ਸਰਵਿਸ ਦੇ ਵਿੱਚ ਉਹਨਾਂ ਨੇ ਤੁਹਾਨੂੰ ਕਹਿਤਾ ਵੀ SOP ਬਣਾ ਕੇ ਦੇ ਦਿਓ, ਫਾਰਮਸ ਭਰ ਕੇ ਦੇ ਦਿਓ, ਤੁਸੀਂ ਦੇ ਦਿੱਤਾ, ਰੱਬ ਨਾ ਕਰੇ ਵੀਜ਼ਾ ਨਹੀਂ ਆਇਆ, ਕੀ ਉਹ ਏਜੰਟ ਰਿਸਪੌਂਸਿਬਿਲਟੀ ਲਏਗਾ ਤੁਹਾਡੀ SOP ਦੀ? ਉਹਨੇ ਤਾਂ ਸਿੰਪਲ ਜੀ ਗੱਲ ਕਰਨੀ ਵੀ SOP ਤਾਂ ਤੁਸੀਂ ਬਣਾ ਕੇ ਦਿੱਤੀ ਸੀ, ਇਹ ਤਾਂ ਤੁਹਾਡੀ ਗਲਤੀ ਹੈ, ਵੀਜ਼ਾ ਨਹੀਂ ਆਇਆ। ਕਿਉਂਕਿ ਉੱਥੋਂ ਇੱਕੋ ਕਾਰਨ ਆਣਾ ਹੈ ਕਿ ਤੁਸੀਂ ਮੁੜ ਕੇ ਨਹੀਂ ਆਣਾ। ਇਹ ਸਾਰਿਆਂ ਨੂੰ ਪਤਾ ਕਿ ਬੱਚਾ ਕੋਈ ਵੀ ਮੁੜ ਕੇ ਨਹੀਂ ਆਂਦਾ ਤੇ ਇਹਨਾਂ ਚੀਜ਼ਾਂ ਬਾਰੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਲੱਖਾਂ ਰੁਪਏ ਖਰਚਣੇ ਆ, ਅਸੀਂ ਲੱਖਾਂ ਰੁਪਏ ਖਰਚਣੇ ਆ। ਅੱਜ ਦੀ ਰੇਟ ਕੈਨੇਡਾ ਜੇ ਇੱਕ ਜੈਨੂਇਨ ਬੱਚੇ ਨੇ ਜਾਣਾ ਉਹਦਾ ਬਜਟ 20 ਤੋਂ 21 ਲੱਖ ਦਾ ਹੋ ਜਾਂਦਾ, ਟਿਕਟ ਪਾ ਕੇ ਸਭ ਕੁਝ ਕਰਾ ਕੇ। ਜੇ ਆਪਾਂ 20-22 ਲੱਖ ਖਰਚਨੇ ਹੈ ਤੇ ਕਿਸੇ ਏਜੰਟ ਨੂੰ ਥੋੜੇ ਜਿਹੇ ਪੈਸੇ ਦੇ ਦਿਓ ਸੋ ਦੈਟ ਉਹ ਤੁਹਾਡੀ ਫਾਈਲ ਤੇ ਜੀ ਜਾਨ ਲਾ ਕੇ ਕੰਮ ਕਰੇ। ਕਿਉਂਕਿ ਜਿਹੜੀ ਕੰਪਨੀਆਂ ਨੇ ਫੀਸ ਪੇ ਹੋਣ ਤੋਂ ਬਾਅਦ ਉਹਨਾਂ ਨੇ ਤੁਹਾਡਾ ਫੋਨ ਹੀ ਨਹੀਂ ਚੱਕਣਾ। ਮੈਜੋਰਿਟੀ ਟਾਈਮ ਤੁਸੀਂ ਰਿਵਿਊ ਲਈ ਕਾਲ ਕਰੋਗੇ ਵੀ ਸਾਡਾ ਪ੍ਰੋਸੈਸ ਕੀ ਚੱਲ ਰਿਹਾ ਹੈ, ਉਹ ਫੋਨ ਹੀ ਨਹੀਂ ਚੱਕਣਗੇ, ਉਹਨਾਂ ਦਾ ਮਤਲਬ ਪੂਰਾ ਹੋ ਚੁੱਕਿਆ। ਤੇ ਸਾਨੂੰ ਇਹਨਾਂ ਗੱਲਾਂ ਬਾਰੇ ਧਿਆਨ ਰੱਖਣਾ ਜ਼ਰੂਰੀ ਹੈ। ਕਿ ਕੈਨੇਡਾ ਵਿੱਚ ਮੈਰਿਡ ਕਪਲਸ ਇਕੱਠੇ ਵੀਜ਼ਾ ਅਪਲਾਈ ਕਰ ਸਕਦੇ ਆ? ਜੇ ਕਰ ਸਕਦੇ ਤੇ ਉਹਦੇ ਵਾਸਤੇ ਪ੍ਰੋਸੀਜਰ ਕੀ ਹੈ? ਜਿਹੜਾ ਤੁਹਾਡਾ ਅਗਲਾ ਸਵਾਲ ਸੀਗਾ ਇਹ ਬੜਾ ਹੀ ਕਾਮਨ ਕੁਐਸਚਨ ਹੈ ਕਿ ਸਪਾਊਸ ਤੇ ਮੇਨ ਐਪਲੀਕੈਂਟ ਇਕੱਠੇ ਜਾ ਸਕਦੇ ਆ ਤੇ ਮੇਰਾ ਇਹਦਾ ਆਨਸਰ ਹੈ ਕਿ ਯੈਸ, ਬਿਲਕੁਲ ਜਾ ਸਕਦੇ ਆ। ਉਹਦੇ 2-3 ਫੈਕਟਰਸ ਹੁੰਦੇ ਆ। ਇੱਕ ਕਿ ਤੁਹਾਡਾ ਰਿਲੇਸ਼ਨ ਹੋਣਾ ਚਾਹੀਦਾ। ਲੈਟਸ ਸਪੋਜ਼ ਤੁਹਾਡਾ ਵਿਆਹ ਰੀਸੈਂਟ ਵੀ ਹੈਗਾ, ਤੁਹਾਡੇ ਕੋਲ ਰਿਲੇਸ਼ਨ ਪ੍ਰੂਫ ਹੋਣਾ ਚਾਹੀਦਾ ਹੈ। ਮੇਨ ਐਪਲੀਕੈਂਟ ਦੀ ਪ੍ਰੋਫਾਈਲ ਚੰਗੀ ਹੋਣੀ ਚਾਹੀਦੀ ਹੈ, ਉਹਦੇ ਅਕੈਡਮਿਕ ਸਕੋਰਸ ਚੰਗੇ ਹੋਣੇ ਚਾਹੀਦੇ ਆ। ਸਪਾਊਸ ਕੇਸ ਦੇ ਵਿੱਚ ਇੱਕ ਬਹੁਤ ਵੱਡਾ ਰਿਊਮਰ ਹੈ ਕਿ ਲੈਟਸ ਸਪੋਜ਼ ਮੇਨ ਐਪਲੀਕੈਂਟ ਚਲਾ ਗਿਆ ਤੇ ਜਿਹੜਾ ਸਪਾਊਸ ਹੈ ਉਹ 6 ਮਹੀਨੇ ਤੱਕ ਜਾ ਨਹੀਂ ਸਕਦਾ ਜਾਂ ਉਹ ਸਾਲ ਤੱਕ ਜਾ ਨਹੀਂ ਸਕਦਾ ਜਾਂ ਉਦੋਂ ਜਾਏਗਾ ਜਦੋਂ ਜਿਹੜਾ ਮੇਨ ਐਪਲੀਕੈਂਟ ਹੈ ਉਹ ਵਰਕ ਪਰਮਿਟ ਤੇ ਆ ਗਿਆ। ਇਹ ਬੜਾ ਕਾਮਨ ਜਿਹਾ ਕੁਐਸਚਨ ਹੈ। ਇਹਦਾ ਆਨਸਰ ਹੈ ਜਦੋਂ ਤੁਹਾਡਾ ਸਪਾਊਸ ਫਲਾਈ ਕਰ ਗਿਆ, ਜਦੋਂ ਸਟੂਡੈਂਟ ਫਲਾਈ ਕਰ ਗਿਆ, ਉਹਦਾ ਸਪਾਊਸ ਵਿਦਿਨ 1 ਮੰਥ ਵੀ ਆਪਣਾ ਵੀਜ਼ਾ ਅਪਲਾਈ ਕਰ ਸਕਦਾ ਹੈ ਕੈਨੇਡਾ 'ਚ। ਕੈਨੇਡਾ ਲਈ ਸਪਾਊਸ ਦੀ ਐਜੂਕੇਸ਼ਨ ਗਾਈਡਲਾਈਨ ਵੀ ਕੁਛ ਨਹੀਂ ਹੈ। ਜੇ ਤੁਹਾਡਾ 10ਵੀਂ ਪਾਸ ਵੀ ਨਹੀਂ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ। ਉਹਨਾਂ ਨੇ ਦੇਖਣਾ ਕਿ ਵੀ ਇੰਡੀਆ ਦੇ ਵਿੱਚ ਤੁਸੀਂ ਕੁਝ ਕਰ ਰਹੇ ਹੋ, ਤੁਹਾਡੇ ਕੋਲ ਆਪਣਾ ਕੋਈ ਆਮਦਨ ਹੈਗੀ ਹੈ, ਤੁਹਾਡੇ ਕੋਲ ਇਨਕਮ ਸੋਰਸ ਹੈਗਾ ਤੇ ਤੁਸੀਂ ਅਪਲਾਈ ਕਰ ਸਕਦੇ ਹੋ। ਵਿਆਹ ਤੁਹਾਡਾ ਪੁਰਾਣਾ ਹੈ, ਤੁਹਾਡੇ ਕੋਲ ਆਪਸ ਦੇ ਵਿੱਚ ਕਮਿਊਨੀਕੇਸ਼ਨ ਹੈਗਾ ਹਸਬੈਂਡ ਵਾਈਫ ਦਾ, ਈਵਨ ਦੋ ਕੈਨੇਡਾ ਜਾਣ ਤੋਂ ਬਾਅਦ ਵੀ ਚੈਟ ਹਿਸਟਰੀਜ਼ ਹੈਗੀਆਂ ਨੇ ਜਾਂ ਕਾਲ ਰਿਕਾਰਡਸ ਹੈਗੀਆਂ ਨੇ। ਤੇ ਮੇਜਰ ਜਿਹੜੇ ਫੈਕਟਰਸ ਹੈਗੇ ਦੈਟ ਇਜ਼ ਰਿਕੁਆਇਰਡ ਕਿ ਸਪਾਊਸ ਜਾਏ, ਉਹਦੀ ਇਨਕਮ ਸੋਰਸ ਹੋਣਾ ਜ਼ਰੂਰੀ ਹੈ ਤੇ ਰਿਲੇਸ਼ਨ ਜ਼ਰੂਰੀ ਹੈ। ਇਹ 2 ਪੁਆਇੰਟ ਦੇ ਉੱਤੇ ਹੀ ਸਪਾਊਸ ਕੈਨੇਡਾ ਦਾ ਵੀਜ਼ਾ ਈਜ਼ੀਲੀ ਲੈ ਸਕਦਾ ਹੈ। ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ, ਤੁਸੀਂ ਆਪਣੇ ਐਪਲੀਕੈਂਟ ਦੇ ਨਾਲ ਅਪਲਾਈ ਕਰਨਾ ਹੈ, ਬਿਲਕੁਲ ਕਰ ਸਕਦੇ ਹੋ, ਵੀਜ਼ਾ ਆਏਗਾ ਜੇ ਪ੍ਰੋਫਾਈਲ ਜੈਨੂਇਨ ਹੈ। ਤੁਸੀਂ ਜਾਣਦੇ ਹੋ ਵੀ ਅਸੀਂ ਥੋੜੇ ਟਾਈਮ ਬਾਅਦ ਅਪਲਾਈ ਕਰ ਰਹੇ ਹਾਂ, ਉਹ ਵੀ ਪ੍ਰੈਕਟੀਕਲੀ ਪੋਸੀਬਲ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਅਪਾਰਟ ਫਰਮ ਕੈਨੇਡਾ, UK ਤੇ ਆਸਟ੍ਰੇਲੀਆ ਵਿੱਚ ਵੀਜ਼ਾ ਰੇਟ ਦਾ ਰੇਸ਼ੋ ਕੀ ਹੈ? ਜੇ ਆਪਾਂ ਗੱਲ ਕਰੀਏ UK ਤੇ ਆਸਟ੍ਰੇਲੀਆ ਦੀ,
ਇੱਥੇ ਵੀਜ਼ਾ ਸਕਸੈਸ ਬਹੁਤ ਵਧੀਆ ਹੈ, ਇੱਦਾਂ ਦਾ ਕੁਝ ਨਹੀਂ ਕਿ ਵੀਜ਼ਾ ਨਹੀਂ ਆ ਰਹੇ। ਆਪਾਂ ਗੱਲ ਕਰਦੇ ਹਾਂ ਪਹਿਲਾਂ ਯੂਕੇ ਦੀ। ਯੂਕੇ ਦੇ ਵਿੱਚ ਵੀਜ਼ਾ ਲਈ ਕੈਸ਼ ਲੈਟਰ ਬਹੁਤ ਇੰਪੋਰਟੈਂਟ ਹੁੰਦਾ ਹੈ। ਕੈਸ਼ ਤੁਹਾਡਾ 95% ਵੀਜ਼ਾ ਹੁੰਦਾ ਹੈ। ਸਾਨੂੰ ਕੈਸ਼ ਲਈ ਯੂਨੀਵਰਸਿਟੀ ਨੂੰ ਜਾਂ ਯੂਕੇ ਵੀਆਈ ਨੂੰ ਜਸਟੀਫਿਕੇਸ਼ਨ ਦੇਣੀ ਹੁੰਦੀ ਕਿ ਸਾਡੇ ਕੋਲ ਰਿਸੋਰਸਿਸ ਹੈਗੇ ਆ ਤੇ ਅਸੀਂ ਜੈਨੂਇਨ ਸਟੂਡੈਂਟ ਹੈਗੇ ਆ, ਸਾਡਾ ਕੋਰਸ ਠੀਕ ਹੈ ਤੇ ਆਪਾਂ ਅਪਲਾਈ ਕਰ ਰਹੇ ਹਾਂ। ਤੇ ਉਹਦੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਆ ਉਹ ਹੈ ਇੰਟਰਵਿਊ। ਅੱਜ ਦੀ ਡੇਟ 'ਚ ਯੂਕੇ ਦੇ ਵਿੱਚ ਬੱਚਾ ਲੱਭਦਾ ਹੈ ਕਿ ਸਾਡੀ ਵਿਦਆਊਟ ਇੰਟਰਵਿਊ ਐਪਲੀਕੇਸ਼ਨ ਪ੍ਰੋਸੈਸ ਹੋ ਜਾਵੇ, ਸਾਨੂੰ ਇੰਟਰਵਿਊ ਨਾ ਦੇਣੀ ਪਏ, ਕਿਉਂਕਿ ਯੂਕੇ ਦੇ ਵਿੱਚ ਇੰਟਰਵਿਊ ਬਹੁਤ ਸਟ੍ਰਿਕਟ ਹੈ। ਯੂਕੇ ਇੰਟਰਵਿਊ ਲਈ ਬਹੁਤ ਜ਼ਿਆਦਾ ਸਟ੍ਰਿਕਟ ਹੈ ਅੱਜ ਦੀ ਡੇਟ 'ਚ। ਉਹ ਬਹੁਤ ਮੇਜਰ ਪੁਆਇੰਟ ਜਿਹੜੇ ਇੰਟਰਵਿਊ ਦੇ ਵਿੱਚ ਪੁੱਛਦਾ ਕਿ ਤੁਸੀਂ ਜੈਨੂਇਨ ਸਟੂਡੈਂਟ ਹੋ, ਤੁਹਾਡੀ ਆਪਣੀ ਰਿਸਰਚ ਕੀ ਹੈ, ਤੁਸੀਂ ਪੜ੍ਹਨ ਆ ਰਹੇ ਹੋ, ਠੀਕ ਹੈ, ਤੁਸੀਂ ਕੋਰਸ ਸਿਲੈਕਟ ਕੀਤਾ, ਤੁਸੀਂ ਯੂਨੀਵਰਸਿਟੀ ਸਿਲੈਕਟ ਕੀਤੀ, ਉਹ ਕਿਉਂ ਕੀਤੀ, ਉਸ ਪੁਆਇੰਟ ਨੂੰ ਜਸਟੀਫਿਕੇਸ਼ਨ ਦੇਣੀ ਬਹੁਤ ਜ਼ਰੂਰੀ ਹੈ। ਯੂਕੇ ਦੇ ਵਿੱਚ ਫੰਡਸ ਦੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਰੀਸੈਂਟ ਤੁਹਾਡੇ ਕੋਲ ਪੈਸਾ ਹੈਗਾ, ਤੁਸੀਂ ਅਕਾਊਂਟ ਦੇ ਵਿੱਚ 28 ਦਿਨ ਲਈ ਉਹਨੂੰ ਪਾ ਕੇ ਪ੍ਰੋਸੈਸਿੰਗ ਦਿਖਾ ਕੇ ਕਿ ਸਾਡੇ ਕੋਲ ਫੰਡਸ ਹੈਗੇ, ਤੁਸੀਂ ਆਪਣਾ ਕੇਸ ਅਪਲਾਈ ਕਰ ਸਕਦੇ ਹੋ। ਬਟ ਇੰਟਰਵਿਊ ਲਈ ਸੁਚੇਤ ਰਹੋ, ਇੰਟਰਵਿਊ ਤੁਹਾਡੀ ਬਹੁਤ ਇੰਪੋਰਟੈਂਟ ਹੈ ਕੈਸ਼ ਲਈ। ਕੈਸ਼ ਲੈਟਰ ਦੇ ਬੇਸ ਤੇ ਹੀ ਤੁਹਾਨੂੰ ਵੀਜ਼ਾ ਮਿਲਣਾ ਹੈ। ਹੁਣ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ। ਆਸਟ੍ਰੇਲੀਆ ਦੇ ਵਿੱਚ ਇੱਕ ਮੇਰਾ ਕਲੀਅਰ ਮੈਸੇਜ ਹੈ ਸਾਰੇ ਸਟੂਡੈਂਟਸ ਲਈ, ਜੇ ਤੁਹਾਡੀ ਪ੍ਰੋਫਾਈਲ 2021 ਪਾਸ ਆਊਟ ਹੈ, ਤੁਸੀਂ ਆਸਟ੍ਰੇਲੀਆ ਵੀਜ਼ਾ ਨਾ ਅਪਲਾਈ ਕਰੋ। 2021 ਪਾਸ ਆਊਟ ਬੱਚਿਆਂ ਦਾ ਆਸਟ੍ਰੇਲੀਆ ਵੀਜ਼ਾ, +2 ਵਾਲਿਆਂ ਦੀ ਗੱਲ ਮੈਂ ਕਰ ਰਿਹਾ, ਉਹ ਬੰਦ ਹੋ ਚੁੱਕਿਆ ਹੈ। ਹੁਣ ਉਹਨਾਂ ਦਾ ਵੀਜ਼ਾ ਨਹੀਂ ਆਣਾ। ਮੈਜੋਰਿਟੀ, ਕੱਲ ਵੀ ਮੇਰੇ ਕੋਲ 2 ਪ੍ਰੋਫਾਈਲਸ ਹੈਗੀਆਂ ਨੇ ਜਿਹਦੇ 'ਚ ਉਹ ਸਾਨੂੰ ਕਹਿੰਦੇ ਆ ਸਟੂਡੈਂਟ ਕਿ ਅਸੀਂ ਆਪਣਾ COE ਅਪਲਾਈ ਕੀਤੀ ਹੋਈ ਹੈ, ਸਾਡਾ 6 ਮਹੀਨੇ ਹੋ ਗਏ COE ਨਹੀਂ ਆ ਰਹੀ, ਯੂਨੀਵਰਸਿਟੀ COE ਨਹੀਂ ਦੇ ਰਹੀ। ਉਹਨਾਂ ਨੇ ਨਹੀਂ ਦੇਣਾ, ਉਹ ਰੂਲ ਚੇਂਜ ਹੋ ਚੁੱਕਿਆ ਹੈ। ਜੇ ਤੁਹਾਡੀ ਪ੍ਰੋਫਾਈਲ 2022 ਪਾਸ ਆਊਟ ਹੈ, ਵੈਰੀ ਗੁੱਡ, ਤੁਹਾਡੇ ਕੋਲ 65% CBSE ਪਾਸ ਆਊਟ ਹੈਗੇ ਹੋ, 6.5 ਓਵਰਆਲ ਬੈਂਡਸ ਹੈਗੇ, ਦੈਨ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਸਕਦੇ ਹੋ। ਵੀਜ਼ਾ ਸਕਸੈਸ ਬਹੁਤ ਵਧੀਆ ਹੈ। ਕਿਸੇ ਵੀ ਕੰਟਰੀ ਲਈ ਇੱਕ ਸਿੰਪਲ ਜਿਹਾ ਸੁਜੈਸ਼ਨ ਹੈ ਇੱਥੇ, ਕਿਸੇ ਵੀ ਕੰਟਰੀ ਲਈ ਜੇ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ, ਤੁਹਾਨੂੰ ਆਪਣੀ ਪ੍ਰੋਫਾਈਲ ਬਾਕੀਆਂ ਤੋਂ ਚੰਗੀ ਰੱਖਣੀ ਪੈਣੀ ਹੈ, ਤਾਂ ਹੀ ਤੁਹਾਡਾ ਕੋਟੇ ਵਿੱਚ ਨਾ ਆਏਗਾ। ਐਜ਼ ਆਈ ਸੈਡ, ਹਰ ਕੰਟਰੀ ਦਾ ਕੋਟਾ ਹੁੰਦਾ ਹੈ। ਜੇ ਤੁਹਾਡੀ ਪ੍ਰੋਫਾਈਲ ਬਾਕੀਆਂ ਤੋਂ ਚੰਗੀ ਹੈ, ਤੁਹਾਡੀ ਡਾਕੂਮੈਂਟੇਸ਼ਨ, ਤੁਹਾਡੀ ਫਾਈਲਿੰਗ, ਤੁਹਾਡੀ SOP ਬਾਕੀਆਂ ਤੋਂ ਚੰਗੀ, ਤੁਹਾਡਾ ਵੀਜ਼ਾ ਆ ਜਾਏਗਾ ਤੇ ਤੁਸੀਂ ਕੋਈ ਵੀ ਕੰਟਰੀ ਅਪਲਾਈ ਕਰ ਸਕਦੇ ਹੋ। ਸਿਰਫ ਤੇ ਸਿਰਫ ਆਪਣੀ ਪ੍ਰੋਫਾਈਲਿੰਗ ਤੇ ਧਿਆਨ ਦਿਓ, ਆਪਣੇ ਕੋਰਸ ਸਿਲੈਕਸ਼ਨ ਤੇ, ਆਪਣੀ ਯੂਨੀਵਰਸਿਟੀ ਤੇ ਆਪਣੇ ਪ੍ਰੋਗਰਾਮ ਤੇ ਫੋਕਸ ਰੱਖੋ। ਇਸ ਟਾਈਮ ਤੇ ਜਿਹੜੇ ਸਟੂਡੈਂਟਸ 11-12 ਚ ਪੜ੍ਹ ਰਹੇ ਤੇ ਉਹਨਾਂ ਦਾ ਡ੍ਰੀਮ ਹੈ ਕਿ ਉਹਨਾਂ ਨੇ ਬਾਹਰ ਜਾ ਕੇ ਸੈਟਲ ਹੋਣਾ ਹੈ, ਸਟੱਡੀ ਕਰਨੀ ਹੈ, ਮਿਸਟਰ ਨਿਤਿਨ, ਉਹਨਾਂ ਵਾਸਤੇ ਤੁਹਾਡੀ ਸਪੈਸ਼ਲ ਸੁਜੈਸ਼ਨ ਕੀ ਹੈ? ਉਹਨਾਂ ਲਈ ਮੇਰੇ ਦੋ ਇੰਪੋਰਟੈਂਟ ਸੁਜੈਸ਼ਨਸ ਨੇ। ਪਹਿਲਾ ਕਿ ਹਜੇ 11 ਚ ਹੈਗੇ ਹੋ, ਠੀਕ ਹੈ, ਜਾਂ 10th ਚ ਵੀ ਹੋ, ਆਪਣਾ ਇੰਗਲਿਸ਼ ਦਾ ਬੇਸ ਇੰਪਰੂਵ ਕਰੋ, ਕਿਉਂਕਿ ਮੈਜੋਰਿਟੀ ਬੱਚੇ ਹੈਗੇ ਜਿਹੜੇ ਪੰਜਾਬ ਐਜੂਕੇਸ਼ਨ ਸਕੂਲ ਤੋਂ ਪੜ੍ਹ ਰਹੇ ਆ, ਉਹਨਾਂ ਦਾ ਬੇਸ ਨਹੀਂ ਹੁੰਦਾ। ਉਹਨਾਂ ਨੂੰ 6-6 ਮਹੀਨੇ, 7-7, 8-8 ਮਹੀਨੇ ਆਇਲਸ ਲਈ ਲੱਗਦੇ ਆ। ਉਸ ਚੀਜ਼ ਨੂੰ, ਉਸ ਟਾਈਮ ਨੂੰ, ਉਸ ਆਪਣੇ 1 ਸਾਲ ਨੂੰ ਬਚਾਉਣ ਲਈ ਸਟਾਰਟਿੰਗ ਤੋਂ ਤੁਸੀਂ ਆਪਣਾ ਆਇਲਸ ਲਈ ਇੱਕ ਇੰਗਲਿਸ਼ ਦਾ ਬੇਸ ਕ੍ਰੀਏਟ ਕਰੋ। ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਅੱਜ ਕੱਲ੍ਹ ਬਹੁਤ ਜ਼ਿਆਦਾ ਕ੍ਰੇਜ਼ ਹੈਗਾ ਨੈਟਫਲਿਕਸ ਦਾ, ਐਮਾਜ਼ੋਨ ਦਾ, ਉੱਤੇ ਬਹੁਤ ਜ਼ਿਆਦਾ ਇੰਗਲਿਸ਼ ਮੂਵੀਜ਼ ਹੈਗੀਆਂ ਨੇ। ਹਫ਼ਤੇ 'ਚ 2 ਮੂਵੀ ਦੇਖ ਲਓ, ਬਹੁਤ ਹੈ। ਕੋਈ ਨਿਊਜ਼ਪੇਪਰ ਪੜ੍ਹ ਲਓ, ਬਹੁਤ ਹੈ। ਇੰਗਲਿਸ਼ ਆਰਟੀਕਲਸ ਪੜ੍ਹੋ, ਬਹੁਤ ਹੈ। ਕੁਝ ਵੀ ਕਰ ਸਕਦੇ ਹੋ। ਉਹਦੇ ਨਾਲ ਇੱਕ ਹੈਬਿਟ ਡਿਵੈਲਪ ਹੋ ਜਾਏਗੀ ਤੁਹਾਡੀ ਰੀਡਿੰਗ ਦੀ, ਇੱਕ ਚੀਜ਼ ਨੂੰ ਅੰਡਰਸਟੈਂਡ ਕਰਨ ਦੀ। ਉਹ ਬਹੁਤ ਇੰਪੋਰਟੈਂਟ ਹੈ। ਜੇ ਤੁਹਾਡਾ ਬੇਸ ਕਲੀਅਰ ਹੋ ਗਿਆ ਤੇ ਤੁਹਾਡੇ ਲਈ ਆਇਲਸ ਕੁਝ ਵੀ ਨਹੀਂ ਹੈ। ਜਿਹੜਾ ਹਊਆ ਹੈਗਾ ਇੱਕ ਮਾਰਕੀਟ ਦੇ ਵਿੱਚ ਬੱਚਿਆਂ ਲਈ ਕਿ ਹਾਈ ਆਇਲਸ ਕਰਨੀ ਆਪਾਂ, ਕਿ ਆਪਾਂ ਨਹੀਂ ਕਰ ਸਕਦੇ, ਉਹ ਇੱਕ ਜਿਹੜਾ ਝਾਕਾ ਹੈਗਾ ਉਹ ਖੋਲਣਾ ਬਹੁਤ ਜ਼ਰੂਰੀ ਹੈ। ਉਹਦੇ ਲਈ ਸਟਾਰਟਿੰਗ ਤੋਂ ਤੁਸੀਂ ਤਿਆਰੀ ਕਰ ਸਕਦੇ ਹੋ। ਇਹ ਮੇਰਾ ਪਹਿਲਾ ਸੁਜੈਸ਼ਨ ਹੈ। ਜਿਹੜਾ ਦੂਜਾ ਸੁਜੈਸ਼ਨ ਹੈ ਉਹ ਹੈਗਾ ਆਪਣੇ ਅਕੈਡਮਿਕ ਸਕੋਰਸ, ਠੀਕ ਹੈ ਜੀ। ਤੁਸੀਂ ਕਿਸੇ ਵੀ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਹੈ, ਕਿਉਂਕਿ ਦੇਖੋ ਡੇ ਬਾਏ ਡੇ ਜੇ ਆਪਾਂ ਸਿਨੈਰੀਓ ਦੀ ਗੱਲ ਕਰੀਏ, ਅੱਜ ਤੋਂ 5 ਸਾਲ ਪਹਿਲਾਂ 50% ਵਾਲਾ ਬੱਚਾ ਬੜੇ ਆਰਾਮ ਨਾਲ ਚੱਲ ਜਾਂਦਾ ਸੀ, ਅੱਜ ਉਹਨੂੰ ਪ੍ਰੋਬਲਮ ਆ ਰਹੀ ਹੈ। ਕੱਲ ਨੂੰ ਇਹ ਜਿਹੜਾ ਪਰਸੈਂਟੇਜ ਦਾ ਰੇਸ਼ੋ ਆ ਉਹ ਇਨਕਰੀਜ਼ ਹੀ ਹੋਣਾ ਹੈ। ਤੇ ਉਹਦੇ ਲਈ ਤੁਸੀਂ ਹਜੇ ਤੋਂ ਆਪਣੇ ਅਕੈਡਮਿਕ ਸਕੋਰਸ ਦੇ ਉੱਤੇ ਕੰਮ ਕਰੋ। ਕੋਸ਼ਿਸ਼ ਕਰੋ ਕਿ ਇੰਡੀਵਿਜੂਅਲ ਜਿਹੜੇ ਤੁਹਾਡੇ ਸਕੋਰਸ ਨੇ ਉਹ 70 ਤੋਂ ਥੱਲੇ ਕਿਸੇ ਵੀ ਸਬਜੈਕਟ 'ਚ ਨਾ ਰਹਿਣ ਤੇ ਓਵਰਆਲ 80% ਹੋਣ, ਸੋ ਦੈਟ ਇੱਕ ਤੁਹਾਡੇ ਕੋਲ ਅਕੈਡਮਿਕ ਜਿਹੜਾ ਬੇਸ ਹੋਏਗਾ ਉਹ ਸਟਰੋਂਗ ਹੋਏਗਾ। ਤੁਸੀਂ ਕਿਸੇ ਵੀ ਯੂਨੀਵਰਸਿਟੀ 'ਚ ਅਪਲਾਈ ਕਰ ਸਕਦੇ ਹੋ, ਕਿਸੇ ਵੀ ਕਾਲਜ 'ਚ ਅਪਲਾਈ ਕਰ ਸਕਦੇ ਹੋ, ਤੇ ਉਹਦੇ ਨਾਲ ਤੁਹਾਨੂੰ ਵੀਜ਼ਾ ਸਕਸੈਸ ਦੇ ਵਿੱਚ ਵੀ ਬੜਾ ਵਧੀਆ ਇੱਕ ਸਕਸੈਸ ਰੇਸ਼ੋ ਮਿਲਣਾ ਹੈ ਤੇ ਤੁਹਾਨੂੰ ਈਜ਼ੀਲੀ ਵੀਜ਼ਾ ਮਿਲ ਜਾਏਗਾ। ਤੁਹਾਡੇ ਡ੍ਰੀਮ ਜਿਹੜੇ ਹੈਗੇ ਉਹ ਕਮ ਟਰੂ ਹੋ ਜਾਣਗੇ। ਇਹ ਮੇਰਾ ਦੂਜਾ ਸੁਜੈਸ਼ਨ ਹੈਗਾ ਜਿਹੜਾ ਮੈਂ ਦੇ ਸਕਦਾ ਅੱਜ ਦੀ ਰੇਟ 'ਚ। Why students should choose Dynamic Study Planet for IELTS and study abroad? See, we have experience and results. ਸਾਡੇ ਕੋਲ end-to-end solution ਹੈ ਸਟੱਡੀ ਅਬਰੋਡ ਲਈ ਤੇ ਆਇਲਸ ਲਈ। ਜੇ ਆਪਾਂ ਗੱਲ ਕਰੀਏ ਸਟੱਡੀ ਵੀਜ਼ਾ ਬਾਰੇ,
ਤੇ ਕਈ ਵਾਰੀ ਸਾਨੂੰ ਇੱਕ ਹਫਤਾ ਲੱਗ ਜਾਂਦਾ ਪ੍ਰੋਫਾਈਲ ਸੋਚਣ ਲਈ ਕਿ ਕਿਸ ਤਰੀਕੇ ਨਾਲ ਆਪਾਂ ਫਾਈਲ ਕਰਨਾ ਹੈ। ਸਾਡੇ ਕੋਲ ਮੈਜੋਰਿਟੀ ਕੇਸਿਸ ਜਿਹੜੇ ਆਉਂਦੇ ਉਹ ਰਿਫਿਊਜ਼ਡ ਕੇਸਿਸ ਆਉਂਦੇ ਆ। ਵੀ ਆਰ ਐਕਸਪਰਟ ਫॉर ਰਿਫਿਊਜ਼ ਕੇਸਿਸ, ਉਹਦੇ 'ਚ ਵੀ ਸਾਡਾ 80% ਦਾ ਸਕਸੈਸ ਹੈਗਾ। ਹੁਣ ਲੈਟਸ ਸਪੋਜ਼ ਕੋਈ ਫਾਈਲ ਸਾਡੇ ਕੋਲ ਆਈ, ਸਾਡਾ ਜਿਹੜਾ ਪ੍ਰੋਸੈਸ ਹੋਏਗਾ ਉਹ ਕੋਰਸ ਸਿਲੈਕਸ਼ਨ ਤੋਂ ਲੈ ਕੇ ਵੀਜ਼ਾ ਸਟੈਂਪਿੰਗ ਤੱਕ ਦਾ ਹੈਗਾ। ਸਾਰਾ ਜਿਹੜਾ ਪ੍ਰੋਸੈਸ ਹੈ ਉਹ ਅਸੀਂ ਕਰਨਾ, ਤੁਹਾਨੂੰ ਕੁਝ ਨਹੀਂ ਕਰਨਾ ਉਹਦੇ 'ਚ, ਸਿਰਫ ਆਪਣੀ ਫੀਸ ਪੇ ਕਰੋ, ਆਪਣੀ ਐਮਬੈਸੀ ਫੀਸ ਪੇ ਕਰੋ ਤੇ ਅੱਗੇ ਪ੍ਰੋਸੈਸ ਕਰੋ। ਹੁਣ ਕਈ ਵਾਰੀ ਕੇਸਿਸ ਕੰਪਲਿਕੇਟਡ ਸਾਡੇ ਕੋਲ ਆਉਂਦੇ ਆ। ਐਗਜ਼ਾਮਪਲ ਕੋਈ ਬੱਚਾ ਫੂਡ ਸਾਇੰਸ ਟੈਕਨੋਲੋਜੀ ਦਾ ਆ ਗਿਆ ਜਾਂ ਕੋਈ ਮਾਈਕਰੋਬਾਇਓਲੋਜੀ ਦਾ ਆ ਗਿਆ, ਜਿਹਨੂੰ ਅੱਗੇ ਪ੍ਰੋਗਰਾਮ ਦੇਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇੱਕ ਬੀਐਸਸੀ ਸਾਇੰਸ ਬੜਾ ਕਾਮਨ ਜਿਹਾ ਸਬਜੈਕਟ ਹੈਗਾ, ਬੈਚਲਰਸ ਇਨ ਨਰਸਿੰਗ ਹੈਗਾ, ਉਹਦੇ ਲਈ ਫਿਰ ਵੀ ਆਪਸ਼ਨ ਮਿਲ ਜਾਂਦੇ ਆ, ਬਟ ਬੈਚਲਰਸ ਇਨ ਸਾਇੰਸ ਲਈ ਆਪਸ਼ਨਸ ਨਹੀਂ ਮਿਲਦੇ। ਤੇ ਇੱਥੇ ਸਾਡਾ ਰੋਲ ਹੈਗਾ ਕਿ ਉਹਨੂੰ ਬੱਚੇ ਨੂੰ ਅਵੇਲੇਬਿਲਿਟੀ ਦੇ ਅਕੋਰਡਿੰਗ ਕੀ ਆਪਾਂ ਆਪਸ਼ਨਸ ਦੇਣੇ ਆ ਸੋ ਦੈਟ ਉਹਦਾ ਵੀਜ਼ਾ ਈਜ਼ੀਲੀ ਆ ਜਾਵੇ। ਹੁਣ ਫਾਈਲਿੰਗ ਦੇ ਵਿੱਚ ਇੱਕ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਹੈ, ਐਜ਼ ਆਈ ਸੈਡ, ਮੈਂ ਪਹਿਲਾਂ ਵੀ ਕਹੀ ਹੈ ਕਿ ਐਸਓਪੀ ਬਹੁਤ ਮੇਜਰ ਰੋਲ ਪਲੇ ਕਰਦਾ ਹੈ। ਸਾਡੇ ਲਈ ਡੈਡੀਕੇਟਿਡ ਟੀਮ ਹੈ ਜਿਹੜੀ ਐਸਓਪੀ ਤੇ ਕੰਮ ਕਰਦੀ ਹੈ। ਅਸੀਂ ਕਲਾਇੰਟ ਨੂੰ ਕਦੀ ਵੀ ਨਹੀਂ ਕਹਿੰਦੇ ਕਿ ਤੁਸੀਂ ਐਸਓਪੀ ਬਣਾ ਕੇ ਦਿਓ, ਕਿਉਂਕਿ ਉਹਦੇ ਲਈ ਇਹ ਨਿਊ ਟਰਮ ਹੈ, ਉਹਨੂੰ ਨਹੀਂ ਪਤਾ ਕਿ ਸਟੇਟਮੈਂਟ ਆਫ ਪਰਪਸ ਕੀ ਹੁੰਦਾ ਹੈ, ਉਹਦੇ 'ਚ ਕਿਹੜੇ ਪੁਆਇੰਟਸ ਕਵਰ ਕਰਨੇ ਇੰਪੋਰਟੈਂਟ ਹੈ। ਤੇ ਐਸਓਪੀ ਸਾਡੀ ਟੀਮ ਆਪ ਤਿਆਰ ਕਰਦੀ ਹੈ। ਯੈਸ, ਅਸੀਂ ਕਲਾਇੰਟ ਤੋਂ ਚੈੱਕ ਕਰਵਾਉਂਦੇ ਹਾਂ ਜ਼ਰੂਰ ਫਾਈਲ ਨੂੰ, ਕਿ ਕਲਾਇੰਟ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹਦੀ ਫਾਈਲ 'ਚ ਕੀ ਲੱਗਾ ਹੈ, ਉਹਨੂੰ ਉਹਦੀ ਫਾਈਲ ਦੀ ਕਾਪੀ ਮਿਲਦੀ ਹੈ। ਵੀਜ਼ਾ ਫਾਈਲ ਕਰਨ ਤੋਂ ਪਹਿਲਾਂ ਵੀ ਕਈ ਏਜੰਟਸ ਨਹੀਂ ਪ੍ਰੋਵਾਈਡ ਕਰਦੇ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਫਾਈਲਿੰਗ ਦੀ, ਜਦੋਂ ਫਾਰਮਸ ਰੈਡੀ ਹੋ ਗਏ, ਸਾਡੀ ਪ੍ਰੋਸੈਸਿੰਗ ਟੀਮ ਦੇ ਵਿੱਚ 2-3 ਸਟੇजेस ਹੈਗੀਆਂ ਨੇ, ਜਿਹਦੇ ਵਿੱਚ ਫਾਈਲ 3-4 ਲੋਕਾਂ ਤੋਂ ਚੈੱਕ ਹੋ ਕੇ ਫਾਈਨਲ ਸਟੇਜ ਤੇ ਮੇਰੇ ਕੋਲ ਆਉਂਦੀ ਹੈ। ਚਾਹੇ ਮੇਰੇ ਕੋਲ ਜਿੰਨਾ ਮਰਜ਼ੀ ਟਾਈਮ ਹੋਵੇ ਚਾਹੇ ਨਹੀਂ ਹੋਵੇ, ਈਵਨ ਦੋ ਰਾਤੀ 8-8 9-9 ਵਜੇ 10-10 ਵਜੇ ਬਹਿ ਕੇ ਵੀ ਮੈਂ ਫਾਈਲਸ ਚੈੱਕ ਕਰਦਾ। ਕਿਉਂ? ਕਿਉਂਕਿ ਵੀਜ਼ਾ ਫਾਈਲ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ। ਜੇ ਉਹਦੇ 'ਚ ਜਿੰਨਾ ਆਪਾਂ ਐਰਰ ਪਰਸੈਂਟੇਜ ਨੂੰ ਘਟਾਵਾਂਗੇ ਉਨਾ ਹੀ ਸਾਡਾ ਸਕਸੈਸ ਰੇਸ਼ੋ ਇਨਕਰੀਜ਼ ਹੋਏਗਾ। that is the most important thing। ਤੇ ਫਾਈਲ ਫਾਈਨਲ ਮੇਰੀ ਚੈਕਿੰਗ ਤੋਂ ਬਿਨਾ ਫਾਈਲ ਕਦੀ ਵੀ ਐਮਬੈਸੀ 'ਚ ਨਹੀਂ ਜਾਂਦੀ। ਕਲਾਇੰਟਸ ਮੇਰੇ ਨਾਲ ਡਾਇਰੈਕਟਲੀ ਗੱਲ ਕਰ ਸਕਦੇ ਆ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਹਾਂ ਸਰ ਨਾਲ ਗੱਲ ਕਰਕੇ ਆਪਾਂ ਫਾਈਲ ਦਾ ਪੁੱਛ ਸਕਦੇ ਹਾਂ ਕਿ ਫਾਈਲ ਦਾ ਪ੍ਰੋਸੈਸਿੰਗ ਕਿੱਥੇ ਹੈ। ਨਾਓ ਵੀ ਟਾਕ ਅਬਾਊਟ ਆਇਲਸ। ਬੜੀ ਹਾਸੇ ਵਾਲੀ ਗੱਲ ਹੈ, ਆਇਲਸ ਅਸੀਂ ਬਾਅਦ 'ਚ ਸ਼ੁਰੂ ਕੀਤਾ। ਸਾਡਾ ਪਹਿਲਾਂ ਇਮੀਗ੍ਰੇਸ਼ਨ ਹੀ ਹੈਗਾ ਜਿਹੜਾ ਆਪਾਂ ਕਰ ਰਹੇ ਹਾਂ। ਉਹਨੂੰ ਸਟਾਰਟ ਕਰਨ ਦਾ ਜਿਹੜਾ ਮਕਸਦ ਸੀਗਾ ਉਹ ਇਹ ਸੀ ਕਿ ਕਈ ਵਾਰੀ ਮੇਰੇ ਕੋਲ ਸਟੂਡੈਂਟਸ ਆਉਂਦੇ ਸੀ ਕਿ ਬੈਂਡਸ ਉਹਨਾਂ ਦੇ ਇਨਕੰਪਲੀਟ ਹੁੰਦੇ ਸੀ, ਕਿ ਵੀ ਰਿਕੁਆਇਰਮੈਂਟ ਫੁਲਫਿਲ ਨਹੀਂ ਹੋ ਰਹੀ। ਮੈਨੂੰ ਪਤਾ ਵੀ ਵੀਜ਼ਾ ਨਹੀਂ ਆਣਾ ਤੇ ਟਾਈਮ ਵੇਸਟ ਕਰਨ ਵਾਲੀ ਗੱਲ ਹੈ ਕਿ ਅਸੀਂ ਫਾਈਲ ਫੜ ਲਈਏ, ਮੈਸੇਜ ਚਲਾ ਦਈਏ, ਮੁੜ ਕੇ ਰਿਫਿਊਜ਼ਲ ਆ ਜਾਵੇ। ਤੇ ਕਈ ਵਾਰੀ ਅਸੀਂ ਬੱਚਿਆਂ ਨੂੰ ਰეკਮੈਂਡ ਕਰਦੇ ਸੀ ਕਿ ਤੁਸੀਂ ਆਇਲਸ ਕਰ ਲਓ। 6 ਮਹੀਨੇ ਹੋ ਜਾਂਦੇ ਸੀ, 8-8 ਮਹੀਨੇ ਬਾਅਦ ਬੱਚਾ ਆਉਂਦਾ ਸੀ, ਬੈਂਡ ਨਹੀਂ ਆ ਰਹੇ ਸਰ। ਇਹ ਜਿਹੜਾ ਕੁਐਸਚਨ ਸੀਗਾ ਨਾ, ਇਹਨੇ ਸਾਨੂੰ ਮੋਟੀਵੇਟ ਕੀਤਾ ਤੇ ਆਇਲਸ ਆਪਾਂ ਇਨ ਹਾਊਸ ਸਟਾਰਟ ਕੀਤਾ। ਆਇਲਸ ਦੇ ਵਿੱਚ ਜਿਹੜੇ ਵੀ ਸਾਡੇ ਕੋਲ ਟ੍ਰੇਨਰਸ ਹੈ, ਮਿਨੀਮਮ 7 ਸਾਲ 8 ਸਾਲ ਦੇ ਐਕਸਪੀਰੀਅੰਸ ਤੋਂ ਪਹਿਲਾਂ ਆਪਾਂ ਟ੍ਰੇਨਰ ਹਾਇਰ ਹੀ ਨਹੀਂ ਕਰਦੇ। ਟ੍ਰੇਨਰਸ ਦਾ ਅਸੀਂ ਆਪ ਟੈਸਟ ਲੈਂਦੇ ਆ ਆਪਣੇ ਲੈਵਲ ਤੇ, ਚੈੱਕ ਕਰਨ ਲਈ ਵੀ ਟ੍ਰੇਨਰ ਕੁਆਲੀਫਾਈਡ ਹੈ ਕਿ ਨਹੀਂ ਹੈ। ਕਿਉਂਕਿ ਜੇ ਟ੍ਰੇਨਰ ਕੁਆਲੀਫਾਈਡ ਹੋਏਗਾ ਤਾਂ ਹੀ ਬੈਂਡਸ ਆਣਗੇ, ਉਹਦੇ ਇਲਾਵਾ ਉਸ ਤੋਂ ਬਿਨਾ ਬੈਂਡਸ ਨਹੀਂ ਆ ਸਕਦੇ। ਅੱਜ ਦੀ ਰੇਟ 'ਚ ਬਹੁਤ ਵੱਡੀ ਕੰਪਨੀਆਂ ਨੇ 20-25 ਹਜ਼ਾਰ ਮੰਥਲੀ ਫੀਸ ਹੈ, 18,000 ਮੰਥਲੀ ਫੀਸ ਹੈ। ਜੇ ਤੁਸੀਂ ਆਨਲਾਈਨ ਚੈੱਕ ਕਰੋਗੇ ਉਹਨਾਂ ਦਾ ਰਿਕਰੂਟਮੈਂਟ ਪ੍ਰੋਸੈਸ, ਉੱਥੇ ਰਿਕੁਆਇਰਮੈਂਟ ਲਿਖਿਆ ਹੁੰਦਾ 6 ਬੈਂਡ ਇਨ ਆਇਲਸ। ਜੇ ਤੁਸੀਂ ਸੋਚ ਸਕਦੇ ਹੋ 6 ਬੈਂਡ ਵਾਲਾ ਬੱਚਾ ਜੇ ਜੌਬ ਲਈ ਅਪਲਾਈ ਕਰ ਰਿਹਾ ਹੈ, ਉਹਦੇ ਆਪ ਦੇ 6 ਬੈਂਡ ਨੇ ਜਾਂ 6.5 ਬੈਂਡ ਨੇ, ਤੁਹਾਡੇ ਬੱਚੇ ਦੇ 6.5 ਕਿੱਥੋਂ ਆਣੇ ਆ ਜਾਂ ਤੁਹਾਡੇ 6.5 ਬੈਂਡ ਕਿੱਥੋਂ ਆਣੇ ਆ। ਆਇਲਸ ਟ੍ਰੇਨਰ ਦੀ ਕੁਆਲੀਫਿਕੇਸ਼ਨ ਇਜ਼ 8 ਬੈਂਡਸ ਓਵਰਆਲ, ਮਿਨੀਮਮ 8 ਬੈਂਡਸ। ਜੇ ਟ੍ਰੇਨਰ ਦੇ 8 ਬੈਂਡ ਹੈਗੇ ਤਾਂ ਹੀ ਬੱਚੇ ਦੇ ਬੈਂਡ ਆਣਗੇ। ਇਸ ਸਿੰਪਲ ਜੀ ਕੈਲਕੂਲੇਸ਼ਨ ਨੂੰ ਅਸੀਂ ਸੌਰਟ ਕੀਤਾ ਤੇ ਸਾਡਾ ਆਇਲਸ ਵੀ ਬਹੁਤ ਵਧੀਆ ਚੱਲ ਰਿਹਾ। ਇਸ ਇਨਟੇਕ ਦੇ ਵਿੱਚ ਸਾਡੇ ਕੋਲ ਸਾਲ ਦੇ ਵਿੱਚ 300-400 ਬੱਚਾ ਆਰਾਮ ਨਾਲ ਆਇਲਸ ਕਲੀਅਰ ਕਰਕੇ ਜਾਂਦਾ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਸਾਡੀ ਜਿੰਨੀ ਵੀ ਬ੍ਰਾਂਚਿਸ ਹੈਗੀਆਂ ਨੇ, ਜਲੰਧਰ ਹੋ ਗਿਆ, ਲੁਧਿਆਣਾ ਹੋ ਗਿਆ ਜਾਂ ਜਗਰਾਉਂ ਹੋ ਗਿਆ, ਸਾਡੇ ਕੋਲ ਹਰ ਜਗ੍ਹਾ ਇਨਕੁਆਇਰੀ ਆਇਲਸ ਦੀ ਤੇ ਬੱਚਾ ਵੀ ਕਾਫੀ ਹੈ। ਤੇ ਉਸ ਪ੍ਰੋਸੈਸ ਨੂੰ ਸਾਡੇ ਲਈ ਬਹੁਤ ਈਜ਼ੀ ਹੋ ਗਿਆ ਕਿ ਬੱਚੇ ਦੀ ਆਇਲਸ ਜਿੰਨੀ ਜਲਦੀ, ਜਿੰਨੀ ਫਾਸਟ ਤਰੀਕੇ ਨਾਲ ਆਪਾਂ ਐਗਜ਼ਾਮ ਕਰਾ ਕੇ ਆਪਾਂ ਕਲੀਅਰ ਕਰਾਈਏ ਤਾਂ ਹੀ ਆਪਾਂ ਉਹਦੀ ਫਾਈਲ ਲਾ ਸਕਦੇ ਹਾਂ, ਨਹੀਂ ਤਾਂ ਅਸੀਂ ਵੀ ਸਟਕ ਹਾਂ 6 ਮਹੀਨੇ ਲਈ। ਦੂਜਾ, ਇਨ ਹਾਊਸ ਸਾਡੇ ਕੋਲ ਪੀਟੀ ਵੀ ਹੈਗਾ। ਜਿਹੜਾ ਬੱਚਾ ਆਇਲਸ ਨਹੀਂ ਕਰ ਸਕਦਾ ਜਾਂ ਫਿਰ ਉਹਦੀ ਪ੍ਰੈਫਰੈਂਸ ਹੈ ਕਿ ਮੈਂ ਆਸਟ੍ਰੇਲੀਆ ਜਾਣਾ ਹੈ ਜਾਂ ਮੈਂ ਨਿਊਜ਼ੀਲੈਂਡ ਜਾਣਾ ਹੈ, ਪੀਟੀ ਉਹਦੇ ਲਈ ਈਜ਼ੀ ਹੈ, ਆਪਾਂ ਪੀਟੀ ਵੀ ਇਨ ਹਾਊਸ ਕਰਾਉਂਦੇ ਹਾਂ, ਉਹਦੇ 'ਚ ਵੀ ਕੋਈ ਪ੍ਰੋਬਲਮ ਨਹੀਂ ਹੈ। ਮੇਨ ਸਰਵਿਸ ਇੰਪੋਰਟੈਂਟ, ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ। ਕਿਉਂ? ਜੇ ਸਰਵਿਸ ਠੀਕ ਹੋਏਗੀ ਤਾਂ ਹੀ ਰਿਜ਼ਲਟ ਆਏਗਾ। ਕਲਾਇੰਟ ਨੂੰ ਪਤਾ ਹੋਏਗਾ ਕਿ ਉਹਦੀ ਫਾਈਲ ਦੇ ਵਿੱਚ ਕਿਹੜੇ ਡਾਕੂਮੈਂਟ ਜਾ ਰਹੇ ਹੈ, ਕੋਰਸ ਠੀਕ ਹੈ ਕਿ ਨਹੀਂ ਹੈ। ਮੈਂ ਇੱਕ ਸਿੰਪਲ ਜੀ ਗੱਲ ਸਾਰਿਆਂ ਨੂੰ ਕਹਿਣਾ, ਤੁਹਾਡੇ ਜੋ ਜਿਹੜੇ ਮੈਨੂੰ ਮਿਲ ਚੁੱਕੇ ਪਹਿਲਾਂ ਉਹ ਵੀ ਇਸ ਗੱਲ ਨੂੰ ਬਾਰ-ਬਾਰ ਸੁਣ ਚੁੱਕੇ ਹੈ, ਕਦੀ ਵੀ ਕਿਸੇ ਦੀ ਗੱਲ ਤੇ ਅੱਖਾਂ ਮੀਚ ਕੇ ਭਰੋਸਾ ਨਹੀਂ ਕਰਨਾ ਚਾਹੀਦਾ।
ਆਪਣੀ ਰਿਸਰਚ ਆਪ ਕਰੋ। ਚਾਹੇ ਤੁਸੀਂ ਕਿਤੋਂ ਵੀ ਫਾਈਲ ਅਪਲਾਈ ਕਰ ਰਹੇ ਹੋ, ਰਿਸਰਚ ਤੁਹਾਡੀ ਬਹੁਤ ਇੰਪੋਰਟੈਂਟ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੀ ਤੁਹਾਡੀ ਫਾਈਲ ਦੇ ਵਿੱਚ ਕੀ ਲੱਗ ਰਿਹਾ, ਕੀ ਇਹ ਕਾਲਜ ਮੇਰੇ ਲਈ ਠੀਕ ਹੈ, ਕੀ ਇਹ ਪ੍ਰੋਗਰਾਮ ਮੇਰੇ ਲਈ ਠੀਕ ਹੈ, ਕੀ ਮੈਨੂੰ ਵਰਕ ਪਰਮਿਟ ਮਿਲੇਗਾ ਜਾਂ ਨਹੀਂ ਮਿਲੇਗਾ। ਤੁਹਾਡੀ ਆਪ ਦੀ ਰਿਸਰਚ ਹੋਣੀ ਚਾਹੀਦੀ ਹੈ। ਕਿਸੇ ਰਿਸ਼ਤੇਦਾਰ ਨੂੰ ਨਾ ਸੁਣੋ, ਕਿਸੇ ਵੀ ਏਜੰਟ ਨੂੰ ਨਾ ਸੁਣੋ, ਆਪਣੀ ਰਿਸਰਚ ਕਰੋ। ਉਹ ਜ਼ਿਆਦਾ ਇੰਪੋਰਟੈਂਟ ਹੈ ਕਿ ਜੇ ਤੁਹਾਨੂੰ ਫਾਈਲ ਬਾਰੇ ਪਤਾ ਹੋਏਗਾ, ਲੈਟਸ ਸਪੋਜ਼ ਆਪਾਂ ਗੱਲ ਕਰਦੇ ਹਾਂ ਯੂਕੇ ਦੀ ਜਾਂ ਆਸਟ੍ਰੇਲੀਆ ਦੀ, ਇੰਟਰਵਿਊ ਆ ਗਈ ਜੀ। ਇੰਟਰਵਿਊ ਜਦੋਂ ਆ ਗਈ, ਸਾਨੂੰ ਫਾਈਲ ਬਾਰੇ ਪਤਾ ਹੋਏਗਾ ਤਾਂ ਹੀ ਤੇ ਆਪਾਂ ਦੱਸਾਂਗੇ ਨਾ। ਜੇ ਸਾਨੂੰ ਫਾਈਲ ਬਾਰੇ ਪਤਾ ਹੀ ਨਹੀਂ, ਆਪਾਂ ਕੀ ਦੱਸਾਂਗੇ। ਤੇ ਇਹ ਬੜੀ ਬੇਸਿਕ ਜੀ ਚੀਜ਼ਾਂ ਹੈਗੀਆਂ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ। ਸਾਡੇ ਕੋਲ ਐਂਡ ਟੂ ਐਂਡ ਪ੍ਰੋਸੈਸ ਹੈ, ਸਟਾਰਟਿੰਗ A ਤੋਂ ਲੈ ਕੇ Z ਤੱਕ ਦੇ ਹਰ ਚੀਜ਼ ਦਾ ਸੋਲੂਸ਼ਨ ਸਾਡੇ ਕੋਲ ਹੈਗਾ। ਜੇ ਤੁਹਾਡਾ ਗੈਪ ਜ਼ਿਆਦਾ ਹੈ, 5 ਸਾਲ ਦਾ ਗੈਪ ਹੋ ਗਿਆ, 6 ਸਾਲ ਦਾ ਗੈਪ ਹੈ, 7 ਸਾਲ ਦਾ ਗੈਪ ਹੈ, ਕੋਈ ਇਸ਼ੂ ਨਹੀਂ ਹੈ। ਤੁਸੀਂ ਮਾਸਟਰਸ ਕਰ ਲਈ, ਕੋਈ ਇਸ਼ੂ ਨਹੀਂ ਹੈ। ਤੁਸੀਂ 2 ਵਾਰ 3 ਵਾਰ 4 ਵਾਰ ਰਿਫਿਊਜ਼ ਹੋ ਚੁੱਕੇ ਹੋ, ਕੋਈ ਇਸ਼ੂ ਨਹੀਂ ਹੈ। ਸਾਡੇ ਕੋਲ ਹਰ ਚੀਜ਼ ਦਾ ਰਿਜ਼ਲਟ ਹੈ। ਸਾਡੇ ਕੋਲ ਹਰ ਚੀਜ਼ ਦਾ ਰਿਜ਼ਲਟ ਹੈ। ਤੁਸੀਂ ਪਹਿਲਾਂ ਆਓ, ਪ੍ਰੋਫਾਈਲ ਦੇਖੋ, ਰੀਸੈਂਟ ਵੀਜ਼ਾ ਦੇਖੋ, ਸੇਮ ਤੁਹਾਡੀ ਵਰਗੀ ਪ੍ਰੋਫਾਈਲ ਦਾ ਵੀਜ਼ਾ ਦਿਖਾਵਾਂਗੇ। ਉਸ ਤੋਂ ਬਾਅਦ ਫਾਈਲ ਅਪਲਾਈ ਕਰੋ, ਸਾਨੂੰ ਕੋਈ ਆਪੱਤੀ ਨਹੀਂ ਉਹਦੇ ਨਾਲ।